ਕਿਵੇਂ ਰਹਿੰਦਾ ਇੱਕ ਪੱਤਰਕਾਰਤਾ ਤੋਂ ਰਾਜਨੀਤੀ ਵੱਲ ਜਦੋਂ ਆਪਾਂ ਆਉਂਦੇ ਹਾਂ? ਪੱਤਰਕਾਰਤਾ ਦੇ ਆਪਣੇ ਅਸੂਲ ਨੇ, ਰਾਜਨੀਤੀ ਦੇ ਆਪਣੇ ਅਸੂਲ ਨੇ, ਕੁਝ ਅੰਦਰੂਨੀ ਚੇਂਜਸ ਵੀ ਆਉਂਦੀਆਂ ਨੇ। ਦੇਖੋ, ਮੈਂ ਬੇਸਿਕਲੀ ਸਿਆਸੀ ਆਦਮੀ ਨਹੀਂ ਹਾਂ ਜੀ। ਪੱਤਰਕਾਰਤਾ ਵਿੱਚ ਵੀ ਅਸੀਂ ਵੈਸੇ ਤਾਂ ਸਾਡਾ ਪਰਿਵਾਰ 47 ਤੋਂ ਉੱਜੜ ਕੇ ਆਇਆ, ਉਦੋਂ ਨਾ ਕੋਈ ਆਸ-ਪਾਸ ਪਰਿਵਾਰ ਦੇ ਵਿੱਚ ਕਿਸੇ ਨੇ ਪੱਤਰਕਾਰਤਾ ਕੀਤੀ। ਪਰ ਜਦੋਂ 1984 ਦੇ ਉਸ ਨਸਲਕੁਸ਼ੀ ਦੇ ਬਾਰੇ ਨਜ਼ਦੀਕ ਤੋਂ ਦੇਖਿਆ, ਆਪਣੇ ਗੁਰਦੁਆਰਾ ਸਾਹਿਬ ਨੂੰ ਅੱਗ ਲੱਗਦੇ ਵੇਖਿਆ, ਆਪਣੇ ਭਰਾਵਾਂ ਨੂੰ ਮਾਰ ਖਾਂਦੇ ਵੇਖਿਆ, ਤੇ ਚਿੱਤ ਵਿੱਚ ਸੀਗਾ ਕਿ ਇਸ ਖਿੱਤੇ 'ਚ ਆਉਣਾ ਚਾਹੀਦਾ ਤੇ ਇਸ ਖਿੱਤੇ ਵਿੱਚ ਆ ਕੇ ਸੱਚ ਨੂੰ ਲਿਖਣ ਦੀ ਕੋਸ਼ਿਸ਼ ਕੀਤੀ। 1984 ਦੀ ਸਿੱਖ ਨਸਲਕੁਸ਼ੀ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਤੁਸੀਂ ਮਤਾ ਪਾਸ ਕਰਾਇਆ। ਹੁਣ ਤੁਸੀਂ ਸੱਜਣ ਕੁਮਾਰ ਨੂੰ ਜੇਲ੍ਹ 'ਚ ਭੇਜਣ ਤੱਕ ਹੁਣ ਸਫਲ ਹੋਏ ਹੋ। ਹੁਣ ਤੱਕ ਵੀ ਪਰ ਇੱਕ ਜੰਗ ਜਿਹੜੀ ਸਿੱਖਾਂ ਵੱਲੋਂ ਲੜੀ ਜਾ ਰਹੀ ਸੀ ਅਦਾਲਤਾਂ ਦੇ ਵਿੱਚ, ਉਹ ਕਿਉਂ ਨਹੀਂ ਸਫਲ ਹੋ ਸਕੀ? ਪਹਿਲੀ ਗੱਲ ਤਾਂ ਮੈਂ ਬੀੜਾ ਚੁੱਕਣ ਵਾਲਾ ਹਾਂ ਕੋ ਮੇਰੀ ਕੋਈ ਔਕਾਤ ਨਹੀਂ ਜੀ। ਮੈਂ ਤਾਂ ਇੱਕ ਪ੍ਰੋਟੈਸਟ ਕੀਤਾ, ਸਿੱਖਾਂ ਦਾ ਦਰਦ ਸਾਹਮਣੇ ਰੱਖਿਆ ਜੀ, ਤੇ ਪਰ ਅਕਾਲ ਪੁਰਖ ਨੇ ਸਹਾਈ ਹੋਇਆ ਤੇ ਦੋਨਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਜੀ, ਤੇ ਕੇਸ ਦਰਜ ਕਰਨਾ ਪਿਆ ਜਿਹੜਾ ਬੰਦ ਕਰ ਦਿੱਤਾ ਸੀ, ਤੇ ਅੱਜ ਉਹ ਜੇਲ੍ਹਾਂ ਸਲਾਖਾਂ ਦੇ ਪਿੱਛੇ ਪਹੁੰਚੇ ਨੇ। ਤੁਸੀਂ ਉਹਨਾਂ ਬੰਦਿਆਂ ਨੂੰ ਮਿਲਦੇ ਰਹਿੰਦੇ ਹੋ, ਉਹਨਾਂ ਬੀਬੀਆਂ ਨੂੰ ਮਿਲਦੇ ਰਹਿੰਦੇ ਹੋ ਜਿਨ੍ਹਾਂ ਨਾਲ ਇਹ ਘਟਨਾਵਾਂ ਵਾਪਰੀਆਂ, ਉਹਨਾਂ ਦੇ ਕਿਵੇਂ ਦੇ ਹਾਲਾਤ ਨੇ? ਦੇਖੋ, ਹਾਲਾਤ ਕੋਈ ਚੰਗੇ ਨਹੀਂ, ਖਾਸ ਤੌਰ ਤੇ ਮਾਨਸਿਕ ਹਾਲਾਤ ਕਿਵੇਂ? ਦੇਖੋ, ਦੋ ਚੀਜ਼ਾਂ। ਇੱਕ ਤਾਂ ਜਿਹੜੇ ਪੜ੍ਹਿਆ ਲਿਖਿਆ ਤਬਕਾ ਸੀ ਜਾਂ ਜਿਹੜਾ ਇੱਕ ਕਾਰੋਬਾਰੀ ਤਬਕਾ ਸੀ, ਉਹਨੇ ਆਪਣੇ ਆਪ ਨੂੰ ਫੇਰ ਖੜਾ ਕਰ ਲਿਆ, ਇਕਨੋਮਿਕਲੀ, ਫਾਈਨੈਂਸ਼ੀਅਲੀ ਉਹਨੇ ਫਿਰ ਆਪਣੇ ਆਪ ਨੂੰ ਖੜਾ ਕਰ ਲਿਆ। ਪਰ ਜਿਹੜਾ ਇੱਕ ਗਰੀਬ ਤਬਕਾ ਸੀ, ਜਿਹੜਾ ਮੰਜੀਆਂ ਮੁੰਨਣ ਵਾਲਾ ਸੀ ਜਾਂ ਜਿਹੜਾ ਬਿਲਕੁਲ ਦਿਹਾੜੀਦਾਰ ਸੀ, ਉਹਦੇ ਜਦੋਂ ਘਰ ਦਾ ਬੰਦਾ ਮਰ ਗਿਆ ਤੇ ਬੀਬੀ ਬਿਲਕੁਲ ਪੜ੍ਹੀ ਲਿਖੀ ਨਹੀਂ ਹੈ, ਉਹ ਪਰਿਵਾਰ ਭੁੱਲ ਗਏ ਜੀ, ਉਹ ਨਹੀਂ ਖੜੇ ਹੋ। ਤੁਸੀਂ ਕੌਮ ਦੀ ਲੀਡਰਸ਼ਿਪ ਨੂੰ ਕਿੱਥੇ ਖੜਾ ਦੇਖਦੇ ਹੋ ਇਹ ਸਾਰੇ ਹਾਲਾਤਾਂ ਦੇ ਵਿੱਚ? ਦੇਖੋ, ਮੈਂ ਤਾਂ ਇਹ ਕਹਿੰਦਾ, ਜਦੋਂ ਪਹਿਲਾ ਘੱਲੂਕਾਰਾ ਹੋਇਆ ਤਾਂ ਵੀ ਕੌਮ ਚੜ੍ਹਦੀ ਕਲਾ 'ਚ ਆਈ, ਦੂਜਾ ਘੱਲੂਕਾਰਾ ਵੀ ਹੋਇਆ ਤਾਂ ਵੀ ਦਿੱਲੀ ਦੇ ਤਖਤਾਂ ਤੱਕ ਪਹੁੰਚ ਗਈ। ਰਾਜਨੀਤੀ ਦੇ ਵਿੱਚ ਜਰਨੈਲ ਸਿੰਘ ਨੂੰ ਤਾਂ ਸੱਚ ਬੋਲਣ ਦਾ ਜਿਹੜਾ ਇੱਕ ਸੁਭਾਅ ਹੈਗਾ, ਪਰ ਬਾਕੀ ਵੀ ਹੋਰਾਂ ਨੂੰ ਜਿਹੜਾ ਸੱਚ ਬੋਲਣ ਦੀ ਉਨੀ ਕੁ ਆਜ਼ਾਦੀ ਹੈ ਜਿਵੇਂ ਤੁਸੀਂ ਪੱਤਰਕਾਰਿਤਾ ਦੀ ਗੱਲ ਦੇਖੋ, ਮੈਂ ਸੱਚ ਹਮੇਸ਼ਾ ਬੋਲਦਾ। ਪਿੱਛੇ ਜੇ ਸਾਡੀ ਪਾਰਟੀ ਦੀ ਗੱਲ ਚੱਲੀ ਕਿ ਵੀ ਕਾਂਗਰਸ ਨਾਲ ਸਮਝੌਤਾ ਹੋ ਜਾਏਗਾ ਲੋਕ ਸਭਾ ਦੇ ਵਿੱਚ, ਤੇ ਮੈਂ ਤੇ ਉਦੋਂ ਕੇਜਰੀਵਾਲ ਸਾਹਿਬ ਨੂੰ ਸਿੱਧਾ ਫੋਨ ਕਰਤਾ। ਮੈਂ ਕਿਹਾ ਵੀ ਮੈਂ ਤੇ ਰਹਿ ਨਹੀਂ ਸਕਦਾ। ਤੁਸੀਂ ਉਹਨੂੰ ਅਨਹੋਲੀ ਟਾਈ ਅਪ ਕਿਹਾ ਸੀ? ਮੈਂ ਉਹਨੂੰ ਅਨਹੋਲੀ ਟਾਈਪ ਕਹਿਤਾ ਤੇ ਮੈਂ ਉਹਦੇ ਜੋ ਅਖਬਾਰ 'ਚ ਵੀ ਖਬਰ ਦੇ ਦਿੱਤੀ ਵੀ ਮੈਂ ਨਹੀਂ ਰਹਾਂਗਾ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰਤਾਪ ਸਿੰਘ ਤੇ ਅੱਜ ਸਿਖਰ ਸੰਵਾਦ ਪ੍ਰੋਗਰਾਮ ਦੇ ਵਿੱਚ ਅਸੀਂ ਸੰਵਾਦ ਰਚਾਉਣ ਜਾ ਰਹੇ ਹਾਂ ਅਜਿਹੇ ਜਰਨੈਲ ਨਾਲ ਜੋ ਆਪਣੇ ਸ਼ਬਦਾਂ ਨੂੰ ਸਹੀ ਮਾਇਨਿਆਂ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਅਰਥ ਪ੍ਰਦਾਨ ਕਰਦਾ ਆ ਰਿਹਾ ਹੈ। ਮੇਰੀ ਮੁਰਾਦ ਹੈ ਸਰਦਾਰ ਜਰਨੈਲ ਸਿੰਘ ਜੀ, ਜੋ ਕਿ ਦਿੱਲੀ ਤੋਂ ਇੱਕ ਜਿਹੜੀ ਉਹਨਾਂ ਦੀ ਪਹਿਚਾਣ ਰਹੀ ਹੈ ਉਹ ਪੱਤਰਕਾਰਤਾ ਦੇ ਤੌਰ ਤੇ ਰਹੀ ਹੈ, ਤੇ ਉਸ ਤੋਂ ਬਾਅਦ ਉਹ ਰਾਜਨੀਤੀ ਦੇ ਵਿੱਚ ਆਏ ਤੇ 1984 ਦੀ ਸਿੱਖ ਨਸਲਕੁਸ਼ੀ ਦੀ ਆਵਾਜ਼ ਨੂੰ ਹੁਣ ਤੱਕ ਬੁਲੰਦ ਕਰਦੇ ਆ ਰਹੇ ਨੇ। ਤੇ ਖਾਸ ਤੌਰ ਤੇ ਉਹਨਾਂ ਸ਼ਬਦਾਂ ਨੂੰ ਵੀ ਜ਼ਖਮ ਨੂੰ ਸੂਰਜ ਬਣਨ ਦਿਓ, ਇਹ ਉਹਨਾਂ ਲੀਹਾਂ ਤੇ ਚੱਲ ਕੇ ਹੁਣ ਤੱਕ ਆਪਣਾ ਜੀਵਨ ਹੈ ਜਿਹੜਾ ਉਹ ਨਿਰਵਾਹ ਕਰ ਰਹੇ ਨੇ। ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਨੇ। ਸਰ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ, ਕਿਵੇਂ ਰਹਿੰਦਾ ਇੱਕ ਪੱਤਰਕਾਰਤਾ ਤੋਂ ਰਾਜਨੀਤੀ ਵੱਲ ਜਦੋਂ ਆਪਾਂ ਆਉਂਦੇ ਹਾਂ? ਪੱਤਰਕਾਰਤਾ ਦੇ ਆਪਣੇ ਅਸੂਲ ਨੇ, ਰਾਜਨੀਤੀ ਦੇ ਆਪਣੇ ਅਸੂਲ ਨੇ, ਕੁਝ ਅੰਦਰੂਨੀ ਚੇਂਜਸ ਵੀ ਆਉਂਦੀਆਂ ਨੇ। ਦੇਖੋ, ਮੈਂ ਬੇਸਿਕਲੀ ਸਿਆਸੀ ਆਦਮੀ ਨਹੀਂ ਹਾਂ ਜੀ। ਪੱਤਰਕਾਰਤਾ ਵਿੱਚ ਵੀ ਅਸੀਂ ਵੈਸੇ ਤਾਂ ਸਾਡਾ ਪਰਿਵਾਰ 47 ਤੋਂ ਉੱਜੜ ਕੇ ਆਇਆ, ਉਦੋਂ ਨਾ ਕੋਈ ਆਸ-ਪਾਸ ਪਰਿਵਾਰ ਦੇ ਵਿੱਚ ਕਿਸੇ ਨੇ ਪੱਤਰਕਾਰਤਾ ਕੀਤੀ। ਪਰ ਜਦੋਂ 1984 ਦੇ ਉਸ ਨਸਲਕੁਸ਼ੀ ਦੇ ਬਾਰੇ ਨਜ਼ਦੀਕ ਤੋਂ ਦੇਖਿਆ, ਆਪਣੇ ਗੁਰਦੁਆਰਾ ਸਾਹਿਬ ਨੂੰ ਅੱਗ ਲੱਗਦੇ ਵੇਖਿਆ, ਆਪਣੇ ਭਰਾਵਾਂ ਨੂੰ ਮਾਰ ਖਾਂਦੇ ਵੇਖਿਆ, ਤੇ ਚਿੱਤ ਵਿੱਚ ਸੀਗਾ ਕਿ ਇਸ ਖਿੱਤੇ 'ਚ ਆਉਣਾ ਚਾਹੀਦਾ ਤੇ ਇਸ ਖਿੱਤੇ ਵਿੱਚ ਆ ਕੇ ਸੱਚ ਨੂੰ ਲਿਖਣ ਦੀ ਕੋਸ਼ਿਸ਼ ਕਰੀਏ ਜੀ। ਕਿਉਂਕਿ ਮੈਂ ਤਾਂ ਮੰਨਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਭ ਤੋਂ ਪਹਿਲਾਂ ਪੱਤਰਕਾਰ ਸੀ, ਜਿਨ੍ਹਾਂ ਨੇ ਉਸ ਵੇਲੇ ਦੇ ਹਾਲਾਤ ਲਿਖਦੇ ਹੋਏ ਕਿਹਾ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਬੁਲਾਲੂ। ਪੂਰੀ ਉਹਨਾਂ ਨੇ ਤਸਵੀਰ ਖਿੱਚੀ ਵੀ ਰਾਜੇ ਸੀ ਮੁਕਦਮ ਕੁੱਤੇ ਜੀ, ਸਾਰੀ ਸੱਚ ਹੈ ਉਹ ਸਾਹਮਣੇ ਰੱਖਿਆ ਹੈ। ਜੋ ਤੁਸੀਂ ਬਾਬਰ ਬਾਣੀ ਪੜ੍ਹਦੇ ਆ ਸਾਰੀ ਜੋ ਹੋਇਆ ਉਸ ਵੇਲੇ, ਮਹਾਰਾਜ ਨੇ ਪੂਰਾ ਸੱਚ ਲਿਖਿਆ ਤੇ ਸੱਚ ਲਿਖਣਾ ਚਾਹੀਦਾ। ਤੇ ਮੈਨੂੰ ਸੀਗਾ ਕਿ 84 ਦੇ ਵਿੱਚ ਜੋ ਹੋਇਆ ਉਹ ਸੱਚ ਪੱਤਰਕਾਰਾਂ ਨੇ ਨਹੀਂ ਲਿਖਿਆ ਜੀ, ਤੇ ਇਸ ਕਰਕੇ ਲੇਖਣੀ ਚਲਾਉਣੀ ਚਾਹੀਦੀ। ਇਸ ਕਰਕੇ ਮੈਂ ਪੱਤਰਕਾਰਤਾ ਦੇ ਵਿੱਚ ਆਇਆ।
ਅੱਗੇ ਆ ਕੇ ਜੋ ਕੰਮ ਫਿਰ ਲਿਖਣ ਨਾਲ ਨਹੀਂ ਹੋਇਆ, ਜੀ। ਜਦੋਂ ਮੈਂ 3 ਖਬਰਾਂ ਲਿਖੀਆਂ ਲਗਾਤਾਰ ਤੇ ਮੇਰੇ ਬੌਸ ਨੇ ਹੱਥ ਖੜੇ ਕਰਤੇ। ਉਹ ਕਹਿੰਦਾ ਕਿ ਬਈ ਸਾਨੂੰ ਫੋਨ ਆ ਰਿਹਾ ਕਿ ਹੁਣ ਬਸ ਕਰੋ ਜੀ ਤੇ ਹੋਰ ਨਾ ਲਿਖੋ। ਮੈਂ ਕਿਹਾ ਅਜੇ ਤਾਂ ਸ਼ੁਰੂ ਹੋਏ ਸੀ। ਉਸ ਵੇਲੇ ਫਿਰ ਜਦੋਂ ਕਾਤਲਾਂ ਨੂੰ ਟਿਕਟਾਂ ਮਿਲ ਗਈਆਂ ਤੇ ਨਾਲ ਦੇ ਨਾਲ ਉਹਨਾਂ ਨੂੰ ਮਾਫੀਆਂ ਵੀ ਦੇ ਦਿੱਤੀਆਂ, ਉਹਨਾਂ ਦੇ ਕੇਸ ਬੰਦ ਕਰ ਦਿੱਤੇ, ਉਸ ਵੇਲੇ ਲੱਗਾ ਕਿ ਕੰਮ ਤਾਂ ਉਹੀ ਹੈ, ਸੱਚ ਦੀ ਆਵਾਜ਼ ਬੁਲੰਦ ਕਰਨੀ ਹੈ। ਜੇ ਪੈਨ ਨਾਲ ਨਹੀਂ ਹੁੰਦੀ ਤੇ ਫਿਰ ਜੁੱਤੀ ਨਾ ਕਰੋ, ਤਰੀਕਾ ਬਦਲ ਲਿਆ। ਕਿਉਂਕਿ ਕਈ ਕਹਿੰਦੇ ਨਾ ਕਿ ਵੈਸੇ ਕਹਿੰਦੇ ਮੈਨੂੰ ਪੈਨ ਇਜ਼ ਮਾਈਟੀਅਰ ਦੈਨ ਸੋਰਡ, ਜੀ ਬਈ ਕਿਰਪਾਨ ਨਾਲੋਂ ਵੀ ਜ਼ਿਆਦਾ ਤਾਕਤ ਤਾਂ ਪੈਨ 'ਚ ਹੁੰਦੀ ਹੈ। ਪਰ ਮੈਨੂੰ ਇਹ ਮਹਿਸੂਸ ਹੋਇਆ ਕਿ ਸ਼ੂ ਇਜ਼ ਮਾਈਟੀਅਰ ਦੈਨ ਪੈਨ, ਕਿਉਂਕਿ ਜਿਹੜਾ ਕੰਮ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਕਹਿੰਦੇ ਨਾ ਕਿ ਚਰਬੀ ਬਹੁਤ ਮੋਟੀ ਹੋ ਚੁੱਕੀ, ਵਕਤ ਦੇ ਹਾਲਾਤਾਂ ਨੂੰ ਲਿਖਣ ਨਾਲ ਉਹਨਾਂ ਕੋਈ ਫਰਕ ਨਹੀਂ ਸੀ ਬਹੁਤਾ ਪੈਂਦਾ ਜੀ। ਤੇ ਉਹਨਾਂ ਨੂੰ ਕਾਤਲਾਂ ਨੂੰ ਫੇਰ ਟਿਕਟਾਂ ਦੇ ਦਿੱਤੀਆਂ, ਫਿਰ ਉੱਥੇ ਲੈ ਆਏ, ਤਾਂ ਫਿਰ ਉਹ ਇੱਕ ਪ੍ਰੋਟੈਸਟ ਕਰਨਾ ਪਿਆ। ਨਾ ਸਿਰਫ ਟਿਕਟਾਂ ਦਿੱਤੀਆਂ, ਖੁਸ਼ੀ ਵੀ ਜ਼ਾਹਰ ਕੀਤੀ ਤੇ ਜਿਹਦੇ ਨਾਲ ਉਹ ਕੇਸ ਬੰਦ ਕਰਤੇ ਸੀ, ਜਿਹਦੇ ਨਾਲ ਫਿਰ ਉਹ ਗੱਲ ਬਣੀ। ਤੇ ਮੈਂ ਇਸ ਗੱਲ ਤੇ ਫਿਰ ਮੈਨੂੰ ਇਹ ਅਚੰਭਾ ਹੁੰਦਾ ਹੈ ਕਿ ਉਹਦੇ ਬਾਅਦ ਫਿਰ ਕਾਤਲਾਂ ਦੇ ਖਿਲਾਫ ਕੇਸ ਦਰਜ ਹੋਏ। ਸੱਜਣ ਕੁਮਾਰ ਦਾ ਕੇਸ ਦਰਜ ਹੋਇਆ, ਉਹ ਵਾਲਾ ਉਹੀ ਚਾਰਜਸ਼ੀਟ ਦਰਜ ਹੋਈ ਜਿਹੜੀ ਬੰਦ ਕਰਤੀ ਸੀ, ਜਿਹਦੇ ਵਿੱਚ ਅੱਜ ਸਲਾਖਾਂ ਦੇ ਪਿੱਛੇ ਹੈ ਤੇ ਉਮਰ ਕੈਦ ਹੋਈ ਹੈ। ਤੇ ਉਸੇ ਟਾਈਟਲਰ ਦੀ ਜਿਹੜੀ ਕਲੀਨ ਚਿਟ ਬੰਦ ਹੋਈ, ਉਹ ਫਿਰ ਉਹਦੇ ਨਾਲ ਕਰਨਾ ਪਿਆ। ਸਿਆਸਤ 'ਚ ਮੇਰੇ ਆਉਣ ਦਾ ਕੋਈ ਇਰਾਦਾ ਨਹੀਂ ਸੀ। 2009 'ਚ ਜਦੋਂ ਮੈਂ ਇਹ ਘਟਨਾ ਹੋਈ, ਮੈਂ ਨਹੀਂ ਕਹਿੰਦਾ ਮੈਂ ਕਰਨ ਵਾਲਾ, ਕਿਉਂਕਿ ਇਹ ਪਰਮਾਤਮਾ ਆਪ ਕਰਾਉਣ ਵਾਲਾ ਹੈ। ਚਿਦੰਬਰਮ ਕਾਟ ਕੀ ਪੁੱਤਰੀ ਕਹਾਂ ਕਰੇ ਬੱਪਰੀ ਖਿਲਾਵਨ ਹਾਰੋ ਜਾਣੇ, ਮੈਨੂੰ ਉਹ ਸੋਚਿਆ ਵੀ ਨਹੀਂ ਸੀ ਮੇਰੇ 'ਚ ਇੰਨਾ ਕੋਈ ਬਲ ਹੈ, ਪਰ ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟ ਕੇ ਉਹ ਸੇਵਾ ਲਈ, ਜਿਹਦਾ ਮੈਨੂੰ ਅਸੀਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਜਦੋਂ ਇਹ ਘਟਨਾ ਵਾਪਰੀ, ਪੀ ਚਿਦੰਬਰਮ ਦੇ ਜਦੋਂ ਰੋਸ ਜ਼ਾਹਰ ਕੀਤਾ ਸੀ ਸਰਦਾਰ ਜਰਨੈਲ ਸਿੰਘ ਜੀ ਉਹਨਾਂ ਨੇ, ਉਸ ਤੋਂ ਤੁਰੰਤ ਬਾਅਦ ਹੀ ਜਿਹੜਾ ਸੱਜਣ ਕੁਮਾਰ ਤੇ ਟਾਈਟਲਰ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਵਾਪਸ ਲੈ ਲਿੱਤੀਆਂ ਗਈਆਂ ਸੀਗੀਆਂ ਕਾਂਗਰਸ ਸਰਕਾਰ ਵੱਲੋਂ। ਭਾਜੀ ਜਦੋਂ ਆਪਾਂ ਗੱਲ ਕਰਦੇ ਹਾਂ ਨਿਆਂ ਦੀ, ਹੁਣ ਤੁਸੀਂ ਉਹ ਨਿਆਂ ਦਾ ਬੀੜਾ ਚੱਕਿਆ, 1984 ਦੀ ਸਿੱਖ ਨਸਲਕੁਸ਼ੀ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਤੁਸੀਂ ਮਤਾ ਪਾਸ ਕਰਾਇਆ, ਹੁਣ ਤੁਸੀਂ ਸੱਜਣ ਕੁਮਾਰ ਨੂੰ ਜੇਲ੍ਹ 'ਚ ਭੇਜਣ ਤੱਕ ਹੁਣ ਸਫਲ ਹੋਏ ਹੋ। ਹੁਣ ਤੱਕ ਵੀ ਪਰ ਇੱਕ ਜੰਗ ਜਿਹੜੀ ਸਿੱਖਾਂ ਵੱਲੋਂ ਲੜੀ ਜਾ ਰਹੀ ਸੀ ਅਦਾਲਤਾਂ ਦੇ ਵਿੱਚ, ਉਹ ਕਿਉਂ ਨਹੀਂ ਸਫਲ ਹੋ ਸਕੀ? ਮੈਂ ਪਹਿਲਾਂ ਜਿੱਥੇ ਗੱਲ ਛੱਡੀ ਸੀ ਉੱਥੇ ਆ ਜਾ। ਪਹਿਲੀ ਗੱਲ ਤਾਂ ਮੈਂ ਬੀੜਾ ਚੁੱਕਣ ਵਾਲਾ ਹਾਂ ਕੌਣ, ਮੇਰੀ ਕੋਈ ਔਕਾਤ ਨਹੀਂ ਜੀ। ਮੈਂ ਤਾਂ ਇੱਕ ਪ੍ਰੋਟੈਸਟ ਕੀਤਾ, ਸਿੱਖਾਂ ਦਾ ਦਰਦ ਸਾਹਮਣੇ ਰੱਖਿਆ ਜੀ, ਤੇ ਪਰ ਅਕਾਲ ਪੁਰਖ ਨੇ ਸਹਾਈ ਹੋਇਆ ਤੇ ਦੋਨਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਤੇ ਕੇਸ ਦਰਜ ਕਰਨਾ ਪਿਆ ਜਿਹੜਾ ਬੰਦ ਕਰ ਦਿੱਤਾ ਸੀ, ਤੇ ਉਹ ਅੱਜ ਉਹ ਜੇਲ੍ਹਾਂ ਸਲਾਖਾਂ ਦੇ ਪਿੱਛੇ ਪਹੁੰਚੇ ਨੇ ਜੀ। 400 ਅਸੀਂ ਲੈਕਚਰ ਕੀਤੇ ਨੇ ਇਹਦੇ ਉੱਤੇ ਦੁਨੀਆ 'ਚ, ਤੇ ਮੈਂ 150 ਪ੍ਰੋਟੈਸਟ ਕੀਤਾ ਜੀ, ਤੇ ਜਿਹਦੇ 4 ਮੇਰੇ ਕੇਸ ਵੀ ਹੋਏ। ਪ੍ਰੋਟੈਸਟ ਕਰਨ ਦਾ ਵੀ ਕੇਸ ਹੋਇਆ, ਜਿਹੜਾ ਇੰਡੀਆ ਗੇਟ ਦੇ ਵਿੱਚ ਅਸੀਂ ਮੋਮਬੱਤੀਆਂ ਵੀ ਜਲਾਈਆਂ ਉਹਦਾ ਵੀ ਕੇਸ ਮੇਰੇ ਤੇ ਹੋਇਆ। ਅੱਛਾ ਜੀ। ਤੇ ਇੱਕ ਪਾਸੇ ਦੇਖੋ ਉਹ ਕਾਤਲ ਜਿਹਨਾਂ ਨੇ ਕਤਲ ਕੀਤੇ ਜੀ ਉਹ ਖੁੱਲੇ ਘੁੰਮਦੇ ਸੀ, ਜੇ ਅਸੀਂ ਪ੍ਰੋਟੈਸਟ ਲੈ ਕੇ ਮੋਮਬੱਤੀਆਂ ਲੈ ਕੇ ਵੀ ਤੁਰੇ ਤੇ ਸਾਡੇ ਤੇ ਕੇਸ ਦਰਜ ਹੋਏ। ਤੁਸੀਂ ਇਹ ਦੇਖੋ, ਉਹਦੇ ਵਿੱਚ ਅਦਾਲਤ ਨੇ ਨਾ ਸਜ਼ਾ ਵੀ ਦਿੱਤੀ ਬਾਕੀਆਂ ਨੂੰ। ਮੈਂ ਤੁਹਾਨੂੰ ਹੁਣ ਨਾਂ ਨਹੀਂ ਦੱਸਣਾ ਚਾਹੁੰਦਾ, ਜਿਹੜੇ ਕੌਮ ਦੇ ਬੜੇ ਹੋਰ ਵੀ ਨੇ ਉਹ ਵੀ ਨਾਲ ਸੀਗੇ, ਉਹਨਾਂ ਸਜ਼ਾ, ਉਹ ਕੋਰਟ ਦੇ ਦਰਵਾਜ਼ੇ ਦੇ ਬਾਹਰ ਉਹਨੇ ਕਿਹਾ ਜਦ ਤੱਕ ਮੈਂ ਉੱਠਾਂਗੀ ਤਦ ਤੱਕ ਖੜੇ ਰਹੋ, ਇਹ ਸਜ਼ਾ ਤੁਹਾਨੂੰ। ਅੱਛਾ। ਮੈਂ ਲੈਣ ਤੋਂ ਮਨਾ ਕਰਤਾ, ਮੈਂ ਕਿਹਾ ਮੈਨੂੰ ਦੇ ਦਿਓ, ਮੈਂ ਨਹੀਂ ਮੰਨਦਾ। ਅਖੀਰ 'ਚ ਉਹਨੂੰ ਮੈਨੂੰ ਬਰੀ ਕਰਨਾ ਪਿਆ। ਤੇ ਇਹ ਗੱਲ ਮੈਂ ਕਹਿਣੀ ਚਾਹੁੰਦਾ। ਤੇ ਦੂਜੀ ਗੱਲ ਜਿਹੜੀ ਹੈ, ਸਿਆਸਤ 'ਚ ਮੈਂ ਆਉਣਾ ਨਹੀਂ ਸੀ ਚਾਹੁੰਦਾ ਜੀ। 2009 ਦੇ ਵਿੱਚ ਕਈ ਪਾਰਟੀਆਂ ਨੇ ਮੈਨੂੰ ਕਿਹਾ ਤੁਸੀਂ ਇਲੈਕਸ਼ਨ ਲੜੋ, ਮੈਂ ਕਿਹਾ ਮੈਂ ਨਹੀਂ ਆਉਣਾ। ਅਕਾਲੀ ਦਲ ਨੇ ਵੀ ਪਹੁੰਚ ਕੀਤੀ ਸੀ, ਨਾਂ ਨਹੀਂ ਲੈਣਾ ਚਾਹੁੰਦਾ, ਪਰ ਉਸ ਵੇਲੇ ਜਿਨ੍ਹਾਂ ਨੂੰ ਸੂਤ ਆਉਂਦਾ ਸੀ, ਜਿਨ੍ਹਾਂ ਨੂੰ ਸੂਤ ਆਉਂਦਾ ਸੀ, ਉਹਨਾਂ ਨੇ ਕਿਹਾ ਮੈਂ ਐਵੇਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ। ਤੇ ਮੈਂ ਕਿਹਾ ਮੈਂ ਇਲੈਕਸ਼ਨ 'ਚ ਨਹੀਂ ਆਉਣਾ ਚਾਹੁੰਦਾ, ਮੇਰਾ ਮੈਂ ਜੋ ਕਰਨਾ ਸੀ ਉਹ ਕੀਤਾ, ਮੈਂ ਕੋਈ ਇਲੈਕਸ਼ਨ 'ਚ ਆਉਣ ਵਾਸਤੇ ਨਹੀਂ ਕੀਤਾ। ਤੇ 2013 ਦੇ ਵਿੱਚ ਜਦੋਂ ਬੀਬੀ ਨਰਪ੍ਰੀਤ ਕੌਰ ਭੁੱਖ-ਹੜਤਾਲ ਸੀ ਉਹ ਰਖਾਈ, ਜੋ ਸੱਜਣ ਕੁਮਾਰ ਦਾ ਕੇਸ ਚੱਲ ਰਿਹਾ ਸੀ, ਤਾਂ ਉਦੋਂ ਅਰਵਿੰਦ ਕੇਜਰੀਵਾਲ ਸਾਡੇ ਉਹਦੇ 'ਚ ਸਾਥ ਦੇਣ ਵਾਸਤੇ ਆਏ। ਮੈਂ ਉਹਨਾਂ ਨੂੰ ਆਪਣੀ ਕਿਤਾਬ ਦਿੱਤੀ, ਉਹਨਾਂ ਨੇ ਮੇਰੀ ਕਿਤਾਬ ਪੜ੍ਹੀ। ਇਹ ਕਿਤਾਬ ਪੜ੍ਹਨ ਦੇ 3-4 ਦਿਨ ਬਾਅਦ ਮੇਰੇ ਘਰ ਆ ਗਏ। ਅੱਛਾ ਜੀ। ਕਹਿੰਦੇ ਜਰਨੈਲ ਸਿੰਘ ਜੀ ਤੁਸੀਂ ਨਾ ਹੁਣ ਅਸੀਂ ਇਲੈਕਸ਼ਨ ਲੜਨ ਜਾ ਰਹੇ ਹਾਂ ਪਹਿਲੀ ਵਾਰੀ, ਕੇਜਰੀਵਾਲ ਦੀ ਪਾਰਟੀ, ਵੀ ਤੁਸੀਂ ਵੀ ਇਲੈਕਸ਼ਨ ਲੜੋ, ਜਿੱਥੋਂ ਲੜਨਾ ਲੜੋ। ਮੈਂ ਕਿਹਾ ਮੈਂ ਜੀ ਤੁਹਾਡਾ ਸਾਥ ਦੇ ਸਕਦਾ, ਤੁਸੀਂ ਚੰਗਾ ਕੰਮ ਕਰਦੇ ਹੋ, ਠੀਕ ਹੈ, ਪਰ ਮੈਂ ਸਿਆਸਤ 'ਚ ਨਹੀਂ ਆਉਣਾ ਚਾਹੁੰਦਾ, ਮੈਨੂੰ ਪੋਲੀਟੀਕਲੀ ਮੈਨੂੰ ਨਹੀਂ ਪਤਾ, ਮੈਨੂੰ ਕਿਸੇ ਤੇ ਭਰੋਸਾ ਨਹੀਂ ਹੈ, ਤੁਹਾਡੇ ਤੇ ਵੀ ਨਹੀਂ ਹੈ, ਤੇ ਇਸ ਕਰਕੇ ਮੈਂ ਸਿਆਸਤ 'ਚ ਨਹੀਂ ਆਉਣਾ। ਉਹਨਾਂ ਨੇ ਬੜਾ ਜ਼ੋਰ ਲਾਇਆ, ਪਰ ਮੈਂ ਨਹੀਂ ਲੜਿਆ। ਫਿਰ ਜਦੋਂ ਉਹਨਾਂ ਦੀ ਸਰਕਾਰ ਬਣ ਗਈ, ਅਸੀਂ ਕਿਹਾ ਜੀ ਹੁਣ ਤੁਹਾਡੀ ਅਸੀਂ ਟੈਸਟਿੰਗ ਕਰਨੀ ਹੈ, ਤੁਸੀਂ ਹੁਣ 84 ਦੇ ਉੱਤੇ SIT ਬਣਾਓ ਜੀ।
ਉਹਨਾਂ ਦੇ ਫਿਰ ਕੈਬਨਿਟ ਨੇ ਪਾਸ ਕੀਤਾ। ਹੂੰ ਵੈਸੇ ਤਾਂ ਉਹਨਾਂ ਦੀ ਸਰਕਾਰ ਰਹੀ ਨਹੀਂ, ਥੋੜੇ ਦਿਨਾਂ ਦੀ ਰਹੀ, ਮਹੀਨਾ ਵੀ ਨਹੀਂ ਜੀ। ਰਹੀ, ਇਸ ਕਰਕੇ ਉਹ SIT ਬਣ ਨਹੀਂ ਸਕੀ, ਪਰ ਫੈਸਲਾ ਕੈਬਨਿਟ ਨੇ ਕਰਤਾ ਸੀ। ਓਕੇ। ਦੂਜੀ ਗੱਲ ਅਸੀਂ ਕਹੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਗੱਲ ਹੈ, ਸ਼ੀਲਾ ਦੀਕਸ਼ਿਤ ਉਹਨਾਂ ਦੇ ਲਈ ਲੈਟਰ ਨਹੀਂ ਸੀ ਲਿਖਦੀ ਰਾਸ਼ਟਰਪਤੀ ਨੂੰ ਕਿ ਫਾਂਸੀ ਤੋੜ ਦਿੱਤੀ ਜਾਵੇ, ਠੀਕ ਹੈ। ਤੇ ਅਸੀਂ ਅਰਵਿੰਦ ਕੇਜਰੀਵਾਲ ਤੋਂ ਫਿਰ ਰਾਸ਼ਟਰਪਤੀ ਨੂੰ ਲੈਟਰ ਲਿਖਵਾਇਆ, CM ਤੋਂ, ਕਿਉਂਕਿ ਦਿੱਲੀ ਦਾ CM ਸੀ, ਕਿ ਵੀ ਇਹ ਤੋੜ ਦਿੱਤੀ ਜਾਣੀ ਚਾਹੀਦੀ ਤੇ ਇਹਨੂੰ ਉਮਰ ਕੈਦ ਕਰ ਦਿੱਤੀ ਜਾਏ, ਪਰ ਫਾਂਸੀ ਤੋੜ ਦਿੱਤੀ ਜਾਏ। ਤੇ ਉਹਨਾਂ ਨੇ ਉਹ ਵੀ ਕੀਤਾ, ਉਹ ਦੋ ਕੰਮ ਉਹਨਾਂ ਨੇ ਕੀਤੇ। ਫਿਰ 2014 ਦਾ ਇਲੈਕਸ਼ਨ ਆ ਗਿਆ ਲੋਕ ਸਭਾ ਦਾ, ਉਹਨੇ ਕਿਹਾ ਤੁਹਾਡੀ ਗੱਲ ਮੰਨੀ ਹੈ, ਤੁਸੀਂ ਜੋ ਕਹਿ ਰਹੇ ਹੋ ਕਰਦੇ ਹੋ, ਤੁਸੀਂ ਸਾਡੀ ਵਿਸ਼ਵਾਸ ਆਓ ਜੀ। ਫਿਰ ਮੈਂ ਲੋਕ ਸਭਾ ਦੇ ਵਿੱਚ ਇਲੈਕਸ਼ਨ ਲੜਿਆ, ਮੈਂ ਪੌਣੇ 5 ਲੱਖ ਵੋਟ ਮਿਲੀ, ਪਰ ਕੁਝ ਜਿਹੜੇ ਸਾਡੇ ਸਿਆਸੀ ਲੋਕ ਨੇ, ਅਸੀਂ ਨਵੇਂ ਸੀ, ਉਹਨਾਂ ਨੇ ਦੇਖਿਆ ਵੀ ਜਰਨੈਲ ਸਿੰਘ ਦੇ ਨਾਂ ਦੇ ਉੱਤੇ ਉਸ ਵੇਲੇ ਚਲੋ ਕੁਝ ਵੋਟਾਂ ਮਿਲਦੀਆਂ ਨੇ, ਤੇ ਉਹਨਾਂ ਨੇ 2 ਨਕਲੀ ਜਰਨੈਲ ਸਿੰਘ ਹੋਰ ਖੜੇ ਕਰਤੇ। ਇਹ ਆਮ ਚੱਲਦਾ ਹੈ ਸਿਆਸਤ ਮੇਰੇ ਨਾਂ ਦੇ ਉੱਤੇ ਜੀ, ਤੇ ਉਹਦੇ ਵਿੱਚ ਗਲਤੀ ਬੜੀ ਹੋਈ। ਪਾਰਟੀ ਦਾ ਸਿੰਬਲ ਨਵਾਂ ਸੀ ਜੀ, ਅੱਜ ਤੱਕ ਇਤਿਹਾਸ ਦੇ ਵਿੱਚ ਐਵੇਂ ਨਹੀਂ ਹੋਇਆ। ਮੇਰੇ ਨਾਂ ਦੇ ਉੱਤੇ 91,000 ਵੋਟਾਂ ਉਹ ਲੈ ਗਏ, ਜਿਹੜੇ ਦੂਜੇ ਜਰਨੈਲ। ਮੈਨੂੰ 3,84,000 ਰੁਪਏ, ਉਹਨਾਂ ਨੂੰ 91,000 ਰੁਪਏ। ਫਿਰ ਮੈਂ ਉਹ ਹਾਰ ਗਿਆ ਇਲੈਕਸ਼ਨ ਜੀ। ਫਿਰ ਮੈਂ ਵਿਧਾਨ ਸਭਾ ਲੜੀ ਰਜੌਰੀ ਗਾਰਡਨ ਤੋਂ ਜੀ, ਜਿਹਦੇ ਵਿੱਚ ਫਿਰ ਦੋਨੋਂ ਫੇਰ ਖੜੇ ਕਰਤੇ। ਐਤਕੀ ਅਸੀਂ ਫਿਰ ਸਾਡੀ ਸਟ੍ਰੈਟਜੀ ਉਵੇਂ ਚੱਲੀ ਇਲੈਕਸ਼ਨ ਦੀ ਕਿ ਭਈ ਨਹੀਂ ਇਹ ਨਕਲੀ ਨੇ, ਤੁਸੀਂ ਦੇਖ ਚੁੱਕੇ ਸੀਗੇ ਉਸ ਕੰਮ। ਉਹ ਫਿਰ ਲੋਕਾਂ 'ਚ ਪ੍ਰਚਾਰ ਕੀਤਾ, ਜਿਨ੍ਹਾਂ ਨੂੰ 91,000 ਮਿਲੀ ਉਹਨਾਂ ਨੂੰ 500 ਵੀ ਨਹੀਂ ਮਿਲੀ, ਤੇ ਫਿਰ ਮੈਂ 10,000 ਵੋਟਾਂ ਤੋਂ ਜਿੱਤਿਆ ਇਲੈਕਸ਼ਨ। ਪਰ ਗੱਲ ਇਹ ਹੈ ਕਿ ਉਸ ਤੋਂ ਬਾਅਦ ਜਿੱਦਾਂ ਹੀ ਮੈਂ ਫਰਵਰੀ 2015 ਦੇ ਵਿੱਚ MLA ਬਣਿਆ, ਤੇ ਮੇਰੀ ਪ੍ਰਾਇੋਰਟੀ ਸਭ ਤੋਂ ਪਹਿਲਾਂ ਸੀ ਕਿ ਨਸਲਕੁਸ਼ੀ ਦਾ ਮਤਾ ਦਿੱਲੀ ਦੀ ਵਿਧਾਨ ਸਭਾ 'ਚ ਪਾਸ ਕਰਾਂ, ਤੇ 30 ਜੂਨ 2015 ਨੂੰ ਅਸੀਂ ਨਸਲਕੁਸ਼ੀ ਦਾ ਮਤਾ ਪਾਸ ਕੀਤਾ। ਤੇ ਉਸ ਵੇਲੇ ਮੈਂ ਇੱਕ ਗੱਲ ਕਹੀ ਸੀ ਕਿ ਬਈ ਉਹ ਕਾਂਗਰਸ ਪਾਰਟੀ ਜਿਹੜੀ ਆਪਣੇ ਆਪ ਨੂੰ ਸੋਚਦੀ ਸੀ ਸ਼ਾਇਦ ਉਹਨੇ ਹਮੇਸ਼ਾ ਸੱਤਾ 'ਚ ਰਹਿਣਾ, ਜਿਹਨੇ ਸੱਤਾ ਦੇ ਹੰਕਾਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਾਇਆ ਇੰਨਾ ਵੱਡਾ। ਪਰ ਜਦੋਂ ਅੱਜ ਜਰਨੈਲ ਸਿੰਘ ਇਹ ਮਤਾ ਪੇਸ਼ ਕਰ ਰਿਹਾ ਕਿ ਉਸ ਨਸਲਕੁਸ਼ੀ ਦੀ ਨਿੰਦਿਆ ਦਾ ਜੀ, ਉਸੇ ਦਿੱਲੀ ਦੇ ਵਿੱਚ, ਉਸੇ ਦਿੱਲੀ ਵਿਧਾਨ ਸਭਾ 'ਚ ਜਿੱਥੇ ਦਿੱਲੀ 'ਚ ਹੋਇਆ, ਤੇ ਕਾਂਗਰਸ ਦਾ ਇੱਕ ਵੀ MLA ਉੱਥੇ ਮੈਨੂੰ ਰੋਕਣ ਵਾਲਾ ਨਹੀਂ ਹੈ ਜੀ। ਇਸ ਕਰਕੇ ਜਿਹੜੀ ਕੁਦਰਤ ਹੈ ਉਹ ਆਪਣੇ ਆਪ ਨੂੰ ਬਦਲਦੀ ਰਹਿੰਦੀ ਹੈ, ਉਹਦਾ ਨਿਆਂ ਹੁੰਦਾ ਰਹਿੰਦਾ ਤੇ ਉਹ ਕੀਤਾ। ਬਾਕੀ ਜੋ ਸਰਕਾਰ ਦੇ ਪਾਸੋਂ ਕਰਾ ਸਕਦੇ ਸੀ, ਉਹਨਾਂ ਦੇ 5-5 ਲੱਖ ਦੇ ਚੈੱਕ, ਉਹਨਾਂ ਦੀ ਬਿਜਲੀ ਮਾਫ ਕਰਾਉਣੀ, ਪਾਣੀ ਮਾਫ ਕਰਾਉਣਾ, ਤੇ ਜੋ ਹੋ ਸਕਿਆ ਉਹ ਕਰਾਇਆ। ਪਰ ਮੈਂ ਇਹ ਨਹੀਂ ਕਹਿੰਦਾ ਇਨਸਾਫ ਹੋ ਗਿਆ ਜੀ, ਪਰ ਇਹ ਲੜਾਈ ਜਾਰੀ ਹੈ। ਤੁਸੀਂ ਇੱਕ ਗੱਲ ਮੈਨੂੰ ਪੁੱਛੀ ਹੈ ਕਿ ਵੀ ਇਨਸਾਫ ਕਿਉਂ ਨਹੀਂ ਹੋਇਆ ਜੀ। ਪਹਿਲਾਂ ਕਿਹੜੀ ਕੱਚ ਰਹਿ ਗਈ ਜਿਹੜੀ ਨਹੀਂ ਬਣ ਸਕੀ ਗੱਲ, ਉਹਨਾਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਜਾ ਸਕਿਆ? ਦੇਖੋ ਜੀ, ਮੈਂ ਫਿਰ ਕਹਿੰਦਾ ਕਿ ਜਦੋਂ ਨਾਰਮਲੀ ਕੋਈ ਕਤਲੇਆਮ ਹੁੰਦਾ ਜਾਂ ਕੋਈ ਵੀ ਅਪਰਾਧ ਹੁੰਦਾ ਹੈ, ਪੁਲਿਸ ਨੇ ਉਹਦੀ FIR ਕਰਨੀ ਹੁੰਦੀ ਹੈ, ਪੁਲਿਸ ਨੇ ਉਹਦੀ ਜਾਂਚ ਕਰਕੇ ਫਿਰ ਗਵਾਹ ਇਕੱਠੇ ਕਰਨੇ ਹੁੰਦੇ ਆ, ਉਹਦੀ ਤਫਤੀਸ਼ ਕਰਨੀ ਹੁੰਦੀ ਹੈ, ਸਬੂਤ ਇਕੱਠੇ ਕਰਨੇ ਹੁੰਦੇ ਆ, ਫਿਰ ਚਾਰਜਸ਼ੀਟ ਤਿਆਰ ਕਰਦੀ ਹੈ ਤੇ ਫਿਰ ਜਾ ਕੇ ਕੋਰਟ 'ਚ ਰੱਖਦੀ ਹੈ ਜੀ। ਤੇ ਜੇ ਕਰਨ ਵਾਲੀ ਪੁਲਿਸ ਹੈ, ਜੇ ਕਤਲ ਕਰਾਉਣ ਵਾਲਾ ਸਟੇਟ ਹੈ, ਉਹਨਾਂ ਨੇ ਆਪਣੇ ਖਿਲਾਫ ਕੇਸ ਹੀ ਨਹੀਂ ਦਰਜ ਕੀਤੇ। ਤੁਸੀਂ ਵੀ ਤਾਂ ਹੁਣ ਕਰਾਇਆ ਹੀ ਹੈ। ਤੇ 84, ਮੇਰੀ ਬੇਨਤੀ ਸੁਣੋ ਨਾ ਜੀ, ਕਦੋਂ ਕਰਾਇਆ ਜਾ ਕੇ? 2010 ਦੇ ਵਿੱਚ ਚਾਰਜਸ਼ੀਟ ਹੋਈ ਸੱਜਣ ਕੁਮਾਰ ਦੀ। ਮੈਂ ਇਹੀ ਪੁੱਛ ਰਿਹਾ ਵੀ ਉਦੋਂ ਤੱਕ ਫੂਲਕਾ ਸਾਹਿਬ ਹੋਰ ਕਈ ਬੰਦੇ ਉਸ ਪਿੱਛੇ ਲੱਗੇ ਹੋਏ ਸੀਗੇ, ਉਦੋਂ ਕਿਉਂ ਨਹੀਂ ਐਵੇਂ ਦਾ ਸਿਨੈਰੀਓ ਬਣ ਸਕਿਆ? ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ, ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ। ਮੈਂ ਇਹ ਤੇ ਮੈਂ ਵਕੀਲ ਆਪ ਨਹੀਂ ਆ, ਉਹਦੇ ਵਾਸਤੇ ਕੋਈ ਵਕੀਲ ਹੀ ਦੇਖ ਸਕਦਾ ਵੀ ਕਿੱਦਾਂ ਦੀ ਕੋਸ਼ਿਸ਼ਾਂ ਸੀ, ਪਰ ਮੈਂ ਦੇਖਿਆ ਕਿ ਉਹ ਇਸ਼ੂ ਨੂੰ ਚੁੱਕਦੇ ਸੀ। ਤੇ ਬਾਕੀ ਕੀ ਹੈ ਉਹਦੇ ਬਾਰੇ ਮੈਂ ਨਹੀਂ ਜ਼ਿਆਦਾ ਕੁਝ ਕਹਿ ਸਕਦਾ, ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਜਦੋਂ 2009 ਤੋਂ ਬਾਅਦ ਇੱਕਦਮ ਪਲਟਾ ਆ ਗਿਆ, ਜੋ 84 ਹੋਇਆ ਉਸ ਵੇਲੇ ਅਖਬਾਰਾਂ ਦੇ ਵਿੱਚ ਸਿੰਗਲ ਕਾਲਮ ਖਬਰ ਨਹੀਂ ਹੈ ਜੀ, ਕਿਸੇ ਟੀਵੀ ਤੇ ਕੋਈ ਖਬਰ ਨਹੀਂ, ਕਿਸੇ ਉਹਦੇ 'ਚ ਖਬਰ ਨਹੀਂ, ਰੇਡੀਓ ਤੇ ਖਬਰ ਨਹੀਂ ਜੀ। ਤੇ ਉਹਦੀ ਜਿਹੜੀ ਕਵਰੇਜ ਹੈ ਉਹ 2009 'ਚ ਸ਼ੁਰੂ ਹੁੰਦੀ ਹੈ ਜੀ, ਜਦੋਂ ਜੁੱਤੀ ਪੈਂਦੀ ਹੈ। 3 ਦਿਨ ਮੈਨੂੰ ਪੱਤਰਕਾਰ ਕਹਿੰਦਾ ਹਰ ਟੀਵੀ ਚੈਨਲ ਦੇ ਉੱਤੇ ਜੁੱਤੀ ਚੱਲ ਰਹੀ ਹੈ। ਉਹ ਇਸ਼ੂ ਖੜਾ ਉਦੋਂ ਹੁੰਦਾ, ਮੈਂ ਬੜਾ ਹੈਰਾਨ ਆ, ਪਰ 25 ਸਾਲ ਬਾਅਦ ਇਸ਼ੂ ਖੜਾ ਹੁੰਦਾ ਹੈ, ਜਿਹੜਾ ਕਿ ਉਦੋਂ ਬਿਲਕੁਲ ਬਲੈਕ ਆਊਟ। ਜਦੋਂ ਉਹ ਇੱਕ ਪ੍ਰੈਸ਼ਰ ਖੜਾ ਹੁੰਦਾ, ਮੀਡੀਆ ਦੀ ਇੱਕ ਆਦਤ ਹੈ ਤੇ ਸਾਡੇ ਸੱਤਾ ਦੀ ਵੀ, ਕਿ ਜਦੋਂ ਕੋਈ ਇਸ਼ੂ ਖੜਾ ਹੋ ਜਾਂਦਾ ਹੈ ਫੇਰ ਕੁਝ ਐਕਸ਼ਨ ਕਰਦੇ ਆ। ਜੇ ਕੋਈ ਕੁੜੀ ਕੋਠੇ ਚੜ ਜਾਂਦੀ ਹੈ, ਮੈਂ ਅੱਗ ਲਾ ਲਾਂਗੀ ਤਾਂ ਕੁਝ ਕਰਦੇ, ਨਹੀਂ ਤਾਂ ਨਹੀਂ ਕਰਦੇ। ਤੇ ਉਦੋਂ ਤੱਕ ਉਹ ਇਸ਼ੂ ਉਹਨਾਂ ਨੇ ਕਿਹਾ ਛੱਡੋ ਕੋਈ ਨਹੀਂ, ਸੱਜਣ ਕੁਮਾਰ ਟਾਈਟਲ ਨੂੰ ਫੇਰ ਟਿੱਟਾ ਦੇਣਾ, ਕਿਹੜਾ ਕਿਸੇ ਨੇ ਕੁਝ ਕਹਿਣਾ। ਪਰ ਜਦੋਂ ਉਹ ਇਸ਼ੂ ਖੜਾ ਹੋ ਗਿਆ, ਮੀਡੀਆ ਨੇ ਕਵਰੇਜ ਕਰਨੀ ਸ਼ੁਰੂ ਕਰਤੀ। ਉਸ ਤੋਂ ਪਹਿਲਾਂ ਸਿਰਫ ਇੰਦਰਾ ਗਾਂਧੀ ਦੀ 31 ਅਕਤੂਬਰ ਨੂੰ ਜਿਹੜੀ ਮੌਤ ਹੋਈ ਹੈ ਉਹਦੇ ਬਾਰੇ ਹੀ ਗੱਲ ਹੁੰਦੀ ਸੀ। 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਕੋਈ ਮੀਡੀਆ ਗੱਲ ਨਹੀਂ ਸੀ ਕਰਦਾ, ਪਰ ਹੁਣ ਤੁਸੀਂ ਦੇਖੋ 1 ਤੋਂ ਲੈ ਕੇ 3 ਨਵੰਬਰ ਦੀ ਗੱਲ ਹਰ ਮੀਡੀਆ ਹਰ ਸਾਲ ਕਰਦਾ। ਜਿੰਨੀਆਂ ਉਹ ਬਣੀਆਂ ਡਾਕੂਮੈਂਟਰੀਆਂ ਹੁਣ ਬਣੀਆਂ, ਜਿੰਨੇ ਟਾਕ ਸ਼ੋ ਹੋਏ ਉਹਦੇ ਬਾਅਦ ਹੋਏ, ਉਹ ਇਸ਼ੂ ਖੜਾ ਹੋ ਗਿਆ। ਉਹਦਾ ਅਸਰ ਫਿਰ ਅਦਾਲਤ ਤੇ ਵੀ ਪਿਆ, ਉਹਦਾ ਅਸਰ ਫਿਰ ਕੇਸ ਦਰਜ ਕਰਨ ਤੇ ਵੀ ਪਿਆ। ਜਿਹੜੇ ਗਵਾਹ ਸਾਡੇ ਪਹਿਲਾਂ ਜਾਂਦੇ ਸੀ ਅਦਾਲਤਾਂ ਦੇ ਵਿੱਚ, ਉਹਨਾਂ ਨੂੰ ਗਾਲਾਂ ਪੈਂਦੀਆਂ ਸੀ ਜੀ, ਜੱਜ ਵੀ ਉਹਨਾਂ ਨੂੰ ਨਹੀਂ ਦੇਖਦਾ ਸੀ। ਪਰ ਇਸ ਤੋਂ ਬਾਅਦ ਜਦੋਂ ਅਸੀਂ ਸਾਰੀ ਇੱਕ ਮੋਮੈਂਟਮ ਦੂਜੇ ਪਾਸੇ ਕਰ ਦਿੱਤਾ, ਇਹਨਾਂ ਗਵਾਹਾਂ ਨੂੰ ਫਿਰ ਉਹਨਾਂ ਦੀ ਮੰਨੀ ਜਾਣ ਲੱਗ ਪਈ।
ਤੇ ਤਾਂ ਇਹ 2013 ਦੇ ਵਿੱਚ ਜਿਹੜਾ ਕੇਸ ਸੱਜਣ ਕੁਮਾਰ ਖਿਲਾਫ ਹੋਇਆ 6 ਵਿੱਚੋਂ 5 ਨੂੰ ਸਜ਼ਾ ਹੋਈ, 2 ਨੂੰ ਉਮਰ ਕੈਦ ਹੋਈ ਉਹਦੇ ਚੋਂ ਜੀ। ਸੱਜਣ ਕੁਮਾਰ ਬਚ ਗਿਆ, ਉਹਨੂੰ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ ਤੇ ਹੁਣ ਉਹ ਉਮਰ ਕੈਦ ਉਹਨੂੰ ਪੂਰੀ ਹੋਈ ਹੈ ਸੱਜਣ ਕੁਮਾਰ ਨੂੰ। ਭਾਵੇਂ ਅਜੇ ਸੁਪਰੀਮ ਕੋਰਟ ਕੀ ਕਰਦਾ ਹੈ ਮੈਂ ਨਹੀਂ ਜਾਣਦਾ, ਪਰ ਉਹ ਜੇਲ੍ਹ ਸਲਾਖਾਂ ਦੇ ਪਿੱਛੇ ਪਹੁੰਚਿਆ। ਪਰ ਕਿਉਂ ਸਜ਼ਾਵਾਂ ਨਹੀਂ ਹੋਈ, ਮੈਂ ਫਿਰ ਕਹਿਣਾ 232 ਕੇਸ ਤਾਂ ਪੁਲਿਸ ਨੇ ਬਿਨਾਂ ਕੀਤੇ ਬੰਦ ਕਰਤੇ। ਕਈਆਂ ਦੇ ਵਿੱਚ ਐਵੇਂ FIR ਦਰਜ ਕੀਤੀ ਹੈ ਵੀ 300 ਬੰਦੇ ਮਾਰੇ ਗਏ, ਭੀੜ ਨੇ ਹਮਲਾ ਕੀਤਾ और 300 लोग मारे गए। किने हमला किया, भीड़ कौन सी, भीड़ नूं कौन लीड कर रहा सी, कौन कतल, भीड़ दे उत्ते कोई परचा नहीं हो सकता, भीड़ नूं तां सजा नहीं दे सकते क्योंकि भीड़ दा कोई रूप नहीं है। जब तक तुसीं ये नहीं लिखोगे कि फलाना इहनूं लीड कर रहा सी, फलाने फलाने इहदे विच सी, ऐदां दीयां FIR वेग FIR दर्ज कीतियां जे कीतियां भी ते ਉਹਦੇ ਵਿੱਚ ਕੀ ਹੋਣਾ ਸੀ, ਉਹਦੇ ਵਿੱਚ ਕੁਝ ਨਹੀਂ ਹੋਇਆ। ਹੁਣ ਵੀ ਇਹੀ ਨਿਜ਼ਾਮ ਚੱਲ ਰਿਹਾ। ਹੁਣ ਵੀ ਜਿਹੜੀ ਮੌਬ ਲਿੰਚਿੰਗ ਹੁੰਦੀ ਹੈ, ਜਿਹੜਾ ਕਿ ਤਬਰੀਜ਼ ਅੰਸਾਰੀ ਵਾਲਾ ਹੈ, ਉਹਦੇ ਵਿੱਚ ਉਹ ਵੀਡੀਓ ਵੀ ਹੈ, ਕੌਣ ਮਾਰ ਰਹੇ ਹੈ, ਕਿੱਦਾਂ ਮਾਰ ਰਹੇ ਹੈ, ਤੇ ਉਹ ਡਾਕਟਰ ਨੇ ਦਿੱਤਾ ਨੂੰ ਹਾਰਟ ਅਟੈਕ ਹੋਇਆ। ਫਿਰ ਬਾਅਦ ਚੋਂ ਜਦੋਂ ਰੋਲਾ ਪਿਆ ਮੀਡੀਆ ਨੇ ਚੁੱਕਿਆ, ਫਿਰ ਕਹਿੰਦੇ ਹਾਰਟ ਅਟੈਕ ਇਸ ਕਰਕੇ ਹੋਇਆ ਕਿਉਂਕਿ ਉਹਨਾਂ ਨੇ ਕੁੱਟ ਪਈ ਸੀ। ਪਰ ਤਾਂ ਵੀ ਅਜੇ ਤੱਕ ਉਹਦੇ ਵਿੱਚ ਤੁਸੀਂ ਦੇਖੋ ਇਹ ਪੁਲਿਸ ਕੰਮ ਕੱਲੇ ਤਰਬੇਜ਼ ਦੀ ਗੱਲ ਨਹੀਂ ਹੈਗੀ। ਉਦੋਂ ਸੁਬੋਧ ਕੁਮਾਰ ਮਾਰਿਆ ਜਾਂਦਾ, ਪੁਲਿਸ ਅਫਸਰ ਹੈ ਜਿਹੜਾ ਜਿਹੜਾ UP 'ਚ ਮਾਰਿਆ ਗਿਆ। ਤੇ ਇਹੀ ਸੇਮ ਜਦੋਂ ਮੈਨੂੰ ਲੱਗਦਾ ਤੁਸੀਂ ਬਹੁਤ ਕੰਮ ਕੀਤਾ, ਆਪਣੀ ਕਿਤਾਬ 'ਚ ਵੀ ਜ਼ਿਕਰ ਕੀਤਾ ਵੀ ਸਿੱਖ ਫੌਜੀਆਂ ਨੂੰ, ਜਿਹੜੇ ਸਿੱਖ ਅਫਸਰ ਨੇ ਉਹਨਾਂ ਨੂੰ ਕਿੰਨੀ ਤਸ਼ੱਦਦ ਨਾਲ ਉੱਥੇ ਮਾਰਿਆ ਗਿਆ। ਸਿੱਖ ਫੌਜੀਆਂ ਨੂੰ ਯੂਨੀਫਾਰਮ ਪਾਈ ਹੋਈ ਸੀ, ਉਹਨਾਂ ਨੂੰ ਮਾਰਿਆ ਗਿਆ। ਮੈਂ ਤੇ ਕਹਿੰਦਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਦਰ ਹੈ, ਸੀਸਗੰਜ ਸਾਹਿਬ, ਰਕਾਬਗੰਜ ਸਾਹਿਬ, ਉੱਥੇ ਵੀ ਹਮਲਾ ਕੀਤਾ ਗਿਆ। ਇਹ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ। ਉੱਥੇ ਬਾਬੇ ਨੇ ਹੱਥ ਜੋੜੇ ਕਿ ਇਹ ਬੱਚਾ, ਇਹ ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ, ਇੱਥੇ ਹਮਲਾ ਨਾ ਕਰੋ। ਉਹਨੂੰ ਵੀ ਅੱਗ ਨਾਲ ਸਾੜਿਆ ਗਿਆ। ਉਹ ਸਾਰਾ ਹਲਫਨਾਮੇ ਨੇ, ਮੁਖਤਿਆਰ ਸਿੰਘ ਦਾ ਹਲਫਨਾਮਾ ਹੈ, ਸੰਜੇ ਸੂਰੀ ਦੀ ਰਿਪੋਰਟ ਹੈ, ਇਹ ਸਾਰਾ ਕੁਝ ਔਨ ਰਿਕਾਰਡ ਹੈ। ਸਿੱਖਾਂ ਦੇ ਸਿਰਾਂ ਤੇ ਮੁੱਲ ਪਾਏ ਗਏ ਨੇ। ਸੱਜਣ ਕੁਮਾਰ ਦੇ ਖਿਲਾਫ ਮੋਤੀ ਸਿੰਘ ਦਾ ਹਲਫਨਾਮਾ ਹੈ, ਜਿਹਦੇ ਚੋਂ ਕਹਿ ਰਹੇ ਰੋਸ਼ਨ ਸਿੰਘ, ਭਾਗ ਸਿੰਘ ਨੂੰ ਮਾਰਨ ਵਾਲਿਆਂ ਨੂੰ 500 ਰੁਪਈਆ ਜਿਹੜਾ ਹੋਰ ਕਤਲ ਕਰੇਗਾ, ਹੋਰ ਉਹਦੇ ਕਹਿਣ ਤੋਂ ਬਾਅਦ ਨਾਂਗਲੋਈ ਦੇ ਇਲਾਕੇ 400 ਸਿੱਖ ਮਾਰੇ ਗਏ। ਇਹ ਕੰਮ ਇਹਨਾਂ ਨੇ ਕੀਤੇ ਨੇ। ਸਾਰੇ ਜਿਹੜੇ ਪੁਲਿਸ ਅਫਸਰ, 72 ਪੁਲਿਸ ਅਫਸਰ ਸਿੱਧੇ ਸ਼ਾਮਲ ਸੀ ਇਹਦੇ ਵਿੱਚ। ਜਿਹੜੀ ਕੁਸੁਮ ਲਤਾ ਮਿੱਤਲ ਕਮੇਟੀ ਰਿਪੋਰਟ ਕਹਿੰਦੀ ਹੈ, ਵੇਦ ਮਾਰਵਾ ਕਮਿਸ਼ਨ ਬਣਿਆ, ਉਹਨੇ ਪੁਲਿਸ ਦੀ ਜਾਂਚ ਕੀਤੀ, ਉਹਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਨਰਸਿਮਹਾ ਰਾਓ ਨੇ ਉਹਨੂੰ ਖਾਰਜ ਕਰ ਦਿੱਤਾ। ਇਹ ਤਾਂ ਇੱਕ ਲਗਾਤਾਰ ਜੋ ਤਸ਼ੱਦਦ ਹੈ ਉਹਨਾਂ ਨੂੰ ਦਬਾਉਣਾ। ਤੇ ਦੂਜੀ ਗੱਲ 84 ਦਾ ਇਹ ਘੱਲੂਘਾਰਾ ਹੋਣ ਤੋਂ ਬਾਅਦ ਰਾਜੀਵ ਗਾਂਧੀ ਫੁੱਲ ਮੈਜੋਰਟੀ ਨਾਲ ਲਾਉਂਦਾ, 400 ਤੋਂ ਵੱਧ ਲੋਕ ਸਭਾ ਸੀਟਾਂ ਜਿੱਤਦਾ। ਅਜੇ ਮੋਦੀ ਉੱਥੇ ਤੱਕ ਨਹੀਂ ਪਹੁੰਚਿਆ। ਪਰ ਗੁਜਰਾਤ 'ਚ ਵੀ ਇਹੀ ਕੁਝ ਹੁੰਦਾ। ਅਜੇ ਮੋਦੀ ਉੱਥੇ ਤੱਕ ਨਹੀਂ ਪਹੁੰਚਿਆ, ਇਹ ਵੀ ਧਿਆਨ ਰੱਖਿਆ ਜੀ। ਤੇ ਲੋਕ ਸਭਾ ਦੇ 400 ਤੋਂ ਵੱਧ ਸੀਟਾਂ ਲੈ ਕੇ ਆਉਂਦਾ। ਤੇ ਉਹ ਜਿਹੜਾ ਕਤਲੇਆਮ ਦਾ ਸਭ ਤੋਂ ਵੱਡਾ ਅਪਰਾਧੀ ਹੈ HKL ਭਗਤ, ਉਹ ਕੈਬਨਿਟ ਮਿਨਿਸਟਰ ਬਣਦਾ। ਉਹ ਜਿਹੜਾ ਦੂਜਾ ਟਾਈਟਲਰ ਹੈ ਉਹ ਸਟੇਟ ਮਿਨਿਸਟਰ ਬਣਦਾ। ਫਿਰ ਅੱਗੇ ਆ ਕੇ ਸੱਜਣ ਕੁਮਾਰ ਮੈਂਬਰ ਆਫ ਪਾਰਲੀਮੈਂਟ ਬਣਦਾ। ਫਿਰ ਧਰਮਦਾਸ ਸ਼ਾਸਤਰੀ ਮੈਂਬਰ ਆਫ ਪਾਰਲੀਮੈਂਟ ਬਣਦਾ। ਤੇ ਇਹ ਜਿਹੜੇ ਕਤਲੇਆਮ ਕਰਾਉਣ ਵਾਲੇ ਸੀ ਉਹ ਸਰਕਾਰ 'ਚ ਬਹਿ ਗਏ। ਇਨਸਾਫ ਕਿੰਨੇ ਕਰਨਾ ਸੀ? 1984 ਤੋਂ ਲੈ ਕੇ ਤੇ 1995 ਤੱਕ ਕਾਂਗਰਸ ਦੀ ਸਰਕਾਰ ਰਹੀ। ਵਿੱਚ 2 ਸਾਲ VP ਸਿੰਘ ਆਇਆ, ਉਹਨੇ ਮਾੜੀ ਮੋਟੀ ਕੋਸ਼ਿਸ਼ ਕੀਤੀ ਪਰ ਉਹਦੀ ਸਰਕਾਰ ਗਿਰ ਗਈ। ਤੇ 95 ਤੋਂ ਲੈ ਕੇ ਵੀ 98 ਤੱਕ ਜਿਹੜੀ ਸਮਝੌਤਾ ਸਰਕਾਰ ਬਣੀ ਇੰਦਰ ਕੁਮਾਰ ਗੁਜਰਾਲ ਤੇ ਉਹਦੀ, ਉਹ ਵੀ ਕਾਂਗਰਸ ਦੇ ਸਮਝੌਤੇ ਨਾਲ ਚੱਲੀ। ਇਸ ਕਰਕੇ ਜਿਹੜੀ ਪਾਰਟੀ ਨੇ ਕਤਲੇਆਮ ਕਰਾਇਆ ਉਹ ਜੇ 84 ਤੋਂ ਲੈ ਕੇ 98 ਤੱਕ 14 ਸਾਲ ਤੱਕ ਉਹੀ ਸ਼ਾਸਨ 'ਚ ਸੀ, ਉਹਨੇ ਸਾਰੇ ਰਿਕਾਰਡ ਖਤਮ ਕਰ ਦਿੱਤੇ। ਉਹਨੇ ਸਾਰੀਆਂ FIR ਖਤਮ ਉਹ ਕਰ ਦਿੱਤੀਆਂ। ਜਿਹੜਾ ਕਤਲੇਆਮ 'ਚ ਸ਼ਾਮਲ ਸੀ ਉਹਨਾਂ ਨੂੰ ਬਚਾਉਣ ਦਾ ਕੰਮ ਕੀਤਾ, ਉਹਨਾਂ ਨੂੰ ਇਨਾਮ ਦੇਣ। ਫਿਰ ਇਸ ਤਰ੍ਹਾਂ ਦੇ ਨਾਲ ਉਸ ਨਿਜ਼ਾਮ ਤੋਂ ਤੁਸੀਂ ਕਿੱਦਾਂ ਇਨਸਾਫ ਦੀ ਆਸ ਕਰ ਸਕਦੇ ਹੋ? ਹੁਣ ਗਵਾਹ ਬਣਨ ਲੱਗ ਪਏ, ਕਈ ਗਵਾਹ ਚਲੇ ਗਏ। ਹੁਣ ਪਿੱਛੇ ਇੱਕ ਹੋਰ ਗਵਾਹ ਦੀ ਡੈਥ ਹੋ ਗਈ, ਗੁਰਚਰਨ ਸਿੰਘ ਦੀ ਡੈਥ ਹੋ ਗਈ, ਸੁਰਿੰਦਰ ਸਿੰਘ ਗ੍ਰੰਥੀ ਦੀ ਡੈਥ ਹੋ ਗਈ। ਤੇ ਫਿਰ ਇਹ ਗਵਾਹ ਚਲੇ ਜਾਣਗੇ ਤੇ ਅਦਾਲਤਾਂ ਦੇ ਵਿੱਚ ਇਨਸਾਫ ਕਿੱਥੋਂ ਹੋਏਗਾ? ਤੁਸੀਂ ਉਹਨਾਂ ਬੰਦਿਆਂ ਨੂੰ ਮਿਲਦੇ ਰਹਿੰਦੇ ਹੋ, ਉਹਨਾਂ ਬੀਬੀਆਂ ਨੂੰ ਮਿਲਦੇ ਰਹਿੰਦੇ ਹੋ ਜਿਨ੍ਹਾਂ ਨਾਲ ਇਹ ਘਟਨਾਵਾਂ ਵਾਪਰੀਆਂ, ਉਹਨਾਂ ਦੇ ਕਿਵੇਂ ਦੇ ਹਾਲਾਤ ਨੇ? ਦੇਖੋ ਹਾਲਾਤ ਕੋਈ ਚੰਗੇ ਨਹੀਂ, ਖਾਸ ਤੌਰ ਤੇ ਮਾਨਸਿਕ ਹਾਲਾਤ ਕਿਵੇਂ ਦੇ ਨੇ? ਦੇਖੋ ਦੋ ਚੀਜ਼ਾਂ। ਇੱਕ ਤਾਂ ਜਿਹੜੇ ਪੜ੍ਹਿਆ ਲਿਖਿਆ ਤਬਕਾ ਸੀ ਜਾਂ ਜਿਹੜਾ ਇੱਕ ਕਾਰੋਬਾਰੀ ਤਬਕਾ ਸੀ, ਉਹਨੇ ਆਪਣੇ ਆਪ ਨੂੰ ਫੇਰ ਖੜਾ ਕਰ ਲਿਆ। ਇਕਨੋਮਿਕਲੀ, ਫਾਈਨੈਂਸ਼ੀਅਲੀ ਉਹਨੇ ਫਿਰ ਆਪਣੇ ਆਪ ਨੂੰ ਖੜਾ ਕਰ ਲਿਆ। ਪਰ ਜਿਹੜਾ ਇੱਕ ਗਰੀਬ ਤਬਕਾ ਸੀ, ਜਿਹੜਾ ਮੰਜੀਆਂ ਮੁੰਨਣ ਵਾਲਾ ਸੀ ਜਾਂ ਜਿਹੜਾ ਬਿਲਕੁਲ ਦਿਹਾੜੀਦਾਰ ਸੀ, ਉਹਦੇ ਜਦੋਂ ਘਰ ਦਾ ਬੰਦਾ ਮਰ ਗਿਆ ਤੇ ਬੀਬੀ ਬਿਲਕੁਲ ਪੜ੍ਹੀ ਲਿਖੀ ਨਹੀਂ ਹੈ, ਉਹ ਪਰਿਵਾਰ ਹੁੱਲ ਗਏ ਜੀ, ਉਹ ਨਹੀਂ ਖੜੇ ਹੋ ਸਕੇ। ਉਹਨਾਂ ਦੀ ਬੁਰੀ ਹਾਲਾਤ ਹੋਈ। ਫਿਰ ਉਹਨਾਂ ਦੀਆਂ, ਫਿਰ ਤੁਸੀਂ ਕਹਿੰਦੇ ਕਿ ਇਹ ਵਿਡੋ ਕਲੋਨੀ ਬਣ ਗਈ, ਜਦੋਂ ਨਾ ਤਾਂ ਵਿਡੋ ਕਲੋਨੀ ਨਹੀਂ ਹੈ ਕਿਉਂਕਿ ਉਹ ਤਾਂ ਫਿਲਮ ਬਣੀ ਸੀ, ਇਸ ਕਰਕੇ ਲੋਕ ਉਹਨੂੰ ਕਹਿ ਦਿੰਦੇ ਆ। ਤੇ ਉਹਨਾਂ ਦੇ ਹਾਲਾਤ ਅੱਜ ਵੀ ਠੀਕ ਨਹੀਂ ਨੇ। ਫਿਰ ਉਹਨਾਂ ਦੇ ਬੱਚਿਆਂ ਨੂੰ ਨਸ਼ਿਆਂ 'ਚ ਵੀ ਲਾਇਆ ਗਿਆ ਡੈਲੀਬਰੇਟਲੀ। ਅੱਛਾ ਜੀ। ਜੀ ਹਾਂ, ਉਹਨਾਂ ਦੇ ਬੱਚਿਆਂ ਨੂੰ ਨਸ਼ਿਆਂ 'ਚ ਲਾਇਆ ਗਿਆ
ਤੇ ਉਹਦੇ ਕਰਕੇ ਉਹ ਇਹ ਜਾਣਬੁੱਝ ਕੇ ਕੀਤਾ ਗਿਆ। ਫ੍ਰੀ ਨਸ਼ੇ ਵੰਡੇ ਗਏ, ਮਾਵਾਂ ਕੰਮ ਤੇ ਗਈਆਂ ਤੇ ਉਹਨਾਂ ਦੀ ਮੈਂ ਕਹਿੰਦਾ ਨਸਲਕੁਸ਼ੀ ਦੁਬਾਰਾ ਹੋਈ ਹੈ। ਮਤਲਬ ਇਹ ਵਾਲਾ ਵਰਤਾਰਾ ਇਕੱਲਾ ਪੰਜਾਬ 'ਚ ਨਹੀਂ ਹੈ, ਦਿੱਲੀ 'ਚ ਵੀ ਚੱਲਦਾ। ਦਿੱਲੀ ਇਹ ਵਰਤਾਰਾ ਇਹਨਾਂ ਨੇ ਇਹ ਸੋਚ ਲਿਆ ਕਿ ਬਈ ਮੈਂ ਫਿਰ ਕਹਿ ਦਿੰਦਾ ਕਿ ਬਈ ਸਿੱਖ ਕੌਮ ਜਿਹੜੀ ਹੈ ਬਈ ਅੰਮ੍ਰਿਤ ਛਕਦੀ ਹੈ ਤੈਨੂੰ ਸ਼ਰਾਬਾਂ ਤੇ ਨਸ਼ੇ ਚਲਾ ਦਿਓ, ਇਹ ਬਾਣੀ ਸੁਣਦੀ ਹੈ ਤੈਨੂੰ ਗਾਣਿਆਂ ਚਲਾ ਦਿਓ, ਇਹ ਜਿਹੜੀ ਹੈ ਇੱਕ ਅਕਾਲ ਤਖਤ ਤੇ ਖੜੀ ਹੁੰਦੀ ਹੈ ਤੈਨੂੰ ਡੇਰਿਆਂ 'ਚ ਅਲੱਗ-ਅਲੱਗ ਵੰਡ ਦਿਓ, ਇਹ ਜਿਹੜੇ ਆਪਣੇ ਆਪ ਨੂੰ ਪ੍ਰਾਊਡ ਟੂ ਬੀ ਸਿੱਖ ਕਹਿੰਦੀ ਹੈ ਇਹਨੂੰ ਇੱਕ ਪ੍ਰਾਊਡ ਟੂ ਬੀ ਪੰਜਾਬੀ ਬਣਾ ਦਿਓ ਤੇ ਉਹ ਪੰਜਾਬੀ ਕਲਚਰ ਦੇ ਨਾਂ ਦੇ ਉੱਤੇ ਇਹਨਾਂ ਨੂੰ ਜੋ ਮਰਜ਼ੀ ਉਲਟਾ ਸਿੱਧਾ ਸਿਖਾ ਦਿਓ। ਉਦੋਂ ਪੰਜਾਬ ਦੇ ਵਿੱਚ ਸੱਭਿਆਚਾਰਕ ਮੰਚ ਦੇ ਸਟੇਜ ਦੇ ਇਹ ਸੱਭਿਆਚਾਰਕ ਇਹੋ ਜਿਹਾ ਹੋਇਆ ਸੀ, ਇਹ ਸਾਇਲੈਂਟ ਨਸਲਕੁਸ਼ੀ ਹੈ ਜੀ, ਇਹ ਚੁੱਪ-ਚੁਪੀ ਤੇ ਹੋਇਆ। ਇਹੀ ਹਾਲ ਇਹਨਾਂ ਨੇ ਉਹ ਜਿਹੜੇ ਕਤਲੇਆਮ ਦੇ ਪੀੜਤ ਸੀ ਉਹਨਾਂ ਦੇ ਬੱਚਿਆਂ ਨੂੰ ਵੀ ਨਸ਼ਿਆਂ ਚ ਲਾ ਕੇ ਕੀਤਾ ਜੀ। ਇਹ ਗਿਣਤੀ ਹੈ ਜਿਹੜੀ 3000 ਦਾ ਜਿਹੜਾ ਅੰਕੜਾ ਹੁੰਦਾ ਸਰਕਾਰੀ ਪੱਧਰ ਤੇ, ਇਹ ਇੰਨੀ ਹੀ ਹੈ ਕਿ ਇਹ ਤੋਂ ਵੱਧ ਹੈ ਜਾਂ ਇਹਦੇ ਉੱਤੇ ਕੋਈ ਕਿਸੇ ਨੇ ਕੰਮ ਕੀਤਾ ਹੈ? ਨਹੀਂ, ਇਹਦੇ ਤੋਂ ਬਹੁਤ ਵੱਧ ਹੈ ਜੀ, ਇਹਦੇ ਤੋਂ ਬਹੁਤ ਵੱਧ ਹੈ। ਮੈਂ ਪਿੱਛੇ ਤੁਹਾਨੂੰ ਦੱਸਿਆ ਸੀ ਔਰੰਗਾਬਾਦ ਦੇ ਵਿੱਚ ਜਦੋਂ ਮੈਨੂੰ ਇੱਕ ਬੀਬੀ ਨੇ ਦੱਸਿਆ ਕਿ ਉਹਨਾਂ ਦੀ ਟ੍ਰੇਨ ਜਿਹੜੀ ਹੈ ਪਲਵਲ ਦੇ ਵਿੱਚ 200 ਸਿੱਖ ਕਤਲੇਆਮ ਹੋਇਆ, ਉਹਦੀ ਕਦੇ ਰਿਪੋਰਟ ਨਹੀਂ ਹੋਈ, ਉਹਦੀ ਕਦੇ ਖਬਰ ਨਹੀਂ ਆਈ। ਦੂਜੀ ਗੱਲ, ਟ੍ਰੇਨਾਂ ਦੇ ਵਿੱਚ ਜਿਹੜਾ ਜਿਸਨੇ ਟਿਕਟ ਲਈ ਹੁੰਦੀ ਹੈ ਉਹਦੀ ਤਾਂ ਰਜਿਸਟ੍ਰੇਸ਼ਨ ਹੋ ਜਾਂਦੀ। ਉਸ ਬੀਬੀ ਬਾਰੇ ਜੇ ਤੁਸੀਂ ਦੱਸੋ, ਔਰੰਗਾਬਾਦ ਵਾਲੀ ਜਿਹੜੀ। ਔਰੰਗਾਬਾਦ ਮੇਰਾ ਪਿੱਛੇ ਲੈਕਚਰ ਹੋ ਰਿਹਾ ਸੀ ਤੇ ਇੱਕ ਬੀਬੀ ਰੋਣ ਲੱਗ ਪਈ ਜੀ, ਤੇ ਮੈਨੂੰ ਕਹਿੰਦੀ ਕਿ ਉਹਦੀ ਨਾਲ ਦੀਆਂ ਕਹਿੰਦੀਆਂ ਵੀ ਤੁਸੀਂ ਕਿਉਂ ਰੋਂਦੇ ਹੋ, ਉਹਨਾਂ ਨੂੰ ਪਤਾ ਨਹੀਂ ਸੀ ਕੱਖ। ਉਹ ਕਿਉਂਕਿ ਮੱਧ ਪ੍ਰਦੇਸ਼ ਹੀ ਰਹਿਣ ਵਾਲੀ ਸੀ। ਉਹ ਕਹਿੰਦੀ ਮੇਰੇ ਚਾਚੇ ਦਾ ਵਿਆਹ ਸੀ ਤੇ ਮੈਂ ਦਰਬਾਰ ਸਾਹਿਬ ਸਾਰਾ ਮੱਥਾ ਟੇਕਣ ਗਏ ਸੀ ਪਰਿਵਾਰ, ਸ਼ੁਕਰਾਨਾ ਕਰਨ ਲਈ। ਵਾਪਸੀ ਤੇ ਸਾਡੀ ਟ੍ਰੇਨ ਪਲਵਲ ਦੇ ਕੋਲ ਰੋਕ ਕੇ ਨਾ ਤੇ ਸਾਡੇ ਤਕਰੀਬਨ 200 ਸਿੱਖਾਂ ਦਾ ਕਤਲ ਕੀਤਾ ਗਿਆ ਤੇ ਉਹਦੇ ਵਿੱਚ 6 ਉਹਦੇ ਘਰ ਦੇ ਮਾਰੇ ਗਏ ਸੀ, ਜਿਹਦੇ ਚਾਚੇ, ਤਾਏ, ਭਰਾ, ਪਿਤਾ ਸਾਰੇ ਮਾਰੇ ਗਏ ਸੀ। ਤੇ ਉਹ ਬੀਬੀ ਫਿਰ ਕਹਿੰਦੀ ਕਿ ਫਿਰ ਉਹਨੇ ਦੱਸਿਆ, ਮੈਂ ਉਹਨੂੰ ਬੀਬੀ ਨੂੰ ਪੁੱਛਿਆ, ਮੈਂ ਕਿਹਾ ਦੁਬਾਰਾ ਮੱਥਾ ਟੇਕਣ ਗਈ? ਕਹਿੰਦੀ ਮੱਥਾ ਟੇਕਣ ਜਾਣ ਦੀ ਹਿੰਮਤ ਛੱਡੋ, ਮੈਂ ਤਾਂ ਟ੍ਰੇਨ ਤੇ ਨਹੀਂ ਚੜੀ ਦੁਬਾਰਾ। ਤੇ ਕਿੰਨਾ ਵੱਡਾ ਦਰਦ ਤੇ ਇੱਕ ਸਹਿਮ ਲੈ ਕੇ ਕੌਮ ਦੇ ਵਿੱਚ ਜੀ ਰਹੇ ਨੇ, ਬੜਾ ਦੁੱਖ ਹੁੰਦਾ ਹੈ ਜਦੋਂ ਇਹ ਕਹਾਣੀਆਂ ਸੁਣਦੇ ਆ। ਸੱਚਾਈ ਨੇ, ਅੱਜ ਉਹਦੇ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ। ਤੇ ਤੁਸੀਂ ਕੌਮ ਦੀ ਲੀਡਰਸ਼ਿਪ ਨੂੰ ਕਿੱਥੇ ਖੜਾ ਦੇਖਦੇ ਹੋ ਇਹ ਸਾਰੇ ਹਾਲਾਤਾਂ ਦੇ ਵਿੱਚ? ਦੇਖੋ, ਮੈਂ ਤਾਂ ਇਹ ਕਹਿੰਦਾ ਜਦੋਂ ਪਹਿਲਾ ਘੱਲੂਕਾਰਾ ਹੋਇਆ ਤਾਂ ਵੀ ਕੌਮ ਚੜ੍ਹਦੀ ਕਲਾ ਚ ਆਈ, ਦੂਜਾ ਘੱਲੂਕਾਰਾ ਵੀ ਹੋਇਆ ਤਾਂ ਵੀ ਦਿੱਲੀ ਦੇ ਤਖਤਾਂ ਤੱਕ ਪਹੁੰਚ ਗਈ। ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ ਤੇ ਸਾਰਿਆਂ ਨੇ ਆ ਕੇ ਦਿੱਲੀ ਦੇ ਤਖਤ ਤੇ ਕਬਜ਼ਾ ਕਰ ਲਿਆ 18-20 ਸਾਲਾਂ ਦੇ ਵਿੱਚ ਘੱਲੂਕਾਰੇ ਦੇ। ਤੇ 1984 ਹੋਣ ਤੋਂ ਬਾਅਦ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਸਾਨੂੰ ਇਨਸਾਫ ਤੱਕ ਹੀ ਦਿਵਾਉਣਾ। ਉਹਨਾਂ ਨੇ ਕਦੇ ਦਿੱਲੀ ਚ ਆ ਕੇ ਇੱਕ ਮੋਰਚਾ ਵੀ ਨਹੀਂ ਲਾਇਆ, ਉਹਨਾਂ ਨੇ ਕਦੇ ਆ ਕੇ ਕਦੇ ਕਿਹਾ ਪਾਰਲੀਮੈਂਟ ਵੀ ਨਹੀਂ ਕਰੀ, ਕਦੇ ਉਹਨਾਂ ਨੇ ਕੁਝ ਨਹੀਂ ਕੀਤਾ। ਜੇ ਕੁਝ ਕੀਤਾ ਹੁੰਦਾ ਤੇ ਫਿਰ ਸਾਨੂੰ ਉਹ ਕਿਉਂ ਕਰਨਾ ਪੈਂਦਾ ਜੋ ਕਰਨਾ ਪਿਆ। ਉੱਥੇ ਨਸਲਕੁਸ਼ੀ ਨਾਲ ਸੰਬੰਧਿਤ ਬਹੁਤ ਜ਼ਿਆਦਾ ਨਿਸ਼ਾਨੀਆਂ ਜਿਹੜੀਆਂ ਹੁਣ ਬਣਾਈਆਂ ਜਾ ਰਹੀਆਂ ਨੇ ਦਿੱਲੀ 'ਚ। ਦੇਖੋ, ਦੇਣੀ ਤਾਂ ਸਰਕਾਰ ਨੂੰ ਚਾਹੀਦੀ ਸੀ, ਅਸੀਂ ਆਪਣੇ ਗੁਰਦੁਆਰੇ 'ਚ ਬਣਾਈ ਜਾਂਦੇ ਹਾਂ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਠੀਕ ਹੈ ਕਿ ਸਾਨੂੰ ਉੱਥੇ ਮਿਊਜ਼ੀਅਮ ਤਰੀਕੇ ਨਾਲ ਬਣਾਉਣਾ ਚਾਹੀਦਾ ਸੀ ਤੇ ਸਾਨੂੰ ਬਾਹਰ ਜਗ੍ਹਾ ਦੇਣੀ ਚਾਹੀਦੀ ਸੀ। ਹੁਣ ਗੱਲ ਇਹ ਹੈ ਕਿ ਜੇ ਕਾਂਗਰਸ ਸਰਕਾਰ ਨੇ ਨਹੀਂ ਦਿੱਤੀ ਤਾਂ ਬੀਜੇਪੀ ਸਰਕਾਰ ਤੋਂ ਲੈਣੀ ਚਾਹੀਦੀ ਸੀ ਜੀ। ਆਪਣੇ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ, ਪਰ ਮੈਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ ਹਾਂ ਜੀ। ਮੇਰਾ ਮੰਨਣਾ ਹੈ ਕਿ ਉਹਨਾਂ ਦੀ ਯਾਦਗਾਰ ਜਿਹੜੀ ਹੈ ਉਹ ਅਲੱਗ ਹੋਣੀ ਚਾਹੀਦੀ ਹੈ, ਜਿੱਥੇ ਕਤਲੇਆਮ ਹੋਇਆ ਉੱਥੇ ਹੋਣੀ ਚਾਹੀਦੀ ਹੈ ਤੇ ਜਿਹਦਾ ਉਹਦੇ ਨਾਲ ਸਾਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ ਜੀ। ਤੁਸੀਂ ਯਾਦਗਾਰ ਦੀ ਗੱਲ ਕੀਤੀ, ਪਿੱਛੇ ਜਿਹੀ ਖਬਰ ਸੀਗੀ ਵੀ ਜਿਹੜੀ ਭਾਈ ਸਤੀਦਾਸ, ਭਾਈ ਮਤੀਦਾਸ, ਭਾਈ ਦਿਆਲਾ ਜੀ ਦੀ ਜਿਹੜੀ ਯਾਦਗਾਰ ਵਾਲੀ ਥਾਂ ਹੈ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਉਹਦੇ ਬਾਰੇ ਜ਼ਿਕਰ ਹੋਇਆ ਸੀਗਾ ਵੀ ਉਹਨੂੰ ਹਟਾਉਣ ਦਾ ਗੱਲ ਹੈ ਜਿਹੜੀ ਉਹ ਚੱਲ ਰਹੀ ਹੈ। ਮੈਂ ਇੱਕ ਗੱਲ ਤੋਂ ਬੜਾ ਅਫਸੋਸ ਹੈ ਮੈਨੂੰ ਕਿ ਅੱਜ ਸਾਡੀ ਭਾਵੇਂ ਪੰਥਕ ਲੀਡਰਸ਼ਿਪ ਹੋਵੇ ਜੀ, ਭਾਵੇਂ ਸਾਡੀ ਦੂਜੀ ਲੀਡਰਸ਼ਿਪ ਹੋਵੇ, ਝੂਠ ਦਾ ਸਹਾਰਾ ਲੈਂਦੀ ਹੈ। ਅੱਛਾ ਜੀ। ਉਹ ਇਹ ਗੱਲ ਭੁੱਲ ਗਈ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ। ਉਹਨਾਂ ਨੂੰ ਲੱਗਦਾ ਜਿੱਦਾਂ ਇਹ ਅੱਜ ਕੱਲ੍ਹ ਚੱਲ ਰਿਹਾ ਨਾ, ਇੱਕ ਪਾਰਟੀ ਝੂਠ ਬੋਲੀ ਜਾਓ, ਬੋਲੀ ਜਾਓ, ਇਤਿਹਾਸ ਬਾਰੇ ਵੀ ਝੂਠ ਬੋਲੀ ਜਾਓ ਤੇ ਬੋਲੀ ਜਾਓ ਤੇ ਸਵਰਕਰ ਨੂੰ ਵੀ ਹੀਰੋ ਬਣਾਈ ਜਾਓ ਤੇ ਬਣਾਈ ਤੇ ਸੱਚ ਸਾਬਤ ਕਰ। ਉਸੇ ਕਹਾਣੀ ਦੇ ਉੱਤੇ ਕੁਝ ਲੋਕ ਚੱਲਣ ਲੱਗ ਪਏ ਆ। ਜਿਹੜਾ ਇਹ ਭਾਈ ਮਤੀਦਾਸ ਚੌਕ ਹੈ, ਇਸ ਭਾਈ ਮਤੀਦਾਸ ਚੌਕ ਦੇ ਬਾਰੇ ਮੀਟਿੰਗ ਜਿਹੜੀ ਹੈ ਇਹ 2016 ਦੇ ਵਿੱਚ 16-17 ਦੇ ਵਿੱਚ ਹੋਈ ਸੀ ਸਤਿੰਦਰ ਜੈਨ ਮਿਨਿਸਟਰ ਦੇ ਨਾਲ। ਅੱਛਾ ਜੀ। ਉਹਦੇ ਵਿੱਚ ਉਸ ਮੀਟਿੰਗ ਦੇ ਵਿੱਚ ਤੇ ਉਸ ਕਮੇਟੀ 'ਚ ਮੈਂ ਸ਼ਾਮਲ ਸੀ ਤੇ ਉਹਦੇ ਵਿੱਚ ਆਪਾਂ ਇਹ ਡਿਸੀਜਨ ਕਰਾ ਦਿੱਤਾ ਸੀ ਕਿ ਭਾਈ ਮਤੀਦਾਸ ਚੌਕ ਜਿੱਦਾਂ ਹੈ ਉਦਾਂ ਰਹੇਗਾ, ਨਾ ਕੇਵਲ ਉਦਾਂ ਰਹੇਗਾ
ਅੱਛਾ ਜੀ। ਬਲਕਿ ਇਹਨੂੰ ਹੋਰ ਵਧੀਆ ਬਿਊਟੀਫਿਕੇਸ਼ਨ ਵੀ ਕੀਤਾ ਸਾਂਭ ਕੇ ਜਾਏ, ਰੱਖਿਆ ਜੇ ਉੱਥੇ ਖੰਡਾ ਵੀ ਲਾਇਆ ਜਾਣਾ ਉਹਦੇ ਹਿਸਾਬ ਨਾਲ ਕਰਨ ਦਾ ਉਹ ਕੀਤਾ ਜਾਏਗਾ। ਠੀਕ ਹੈ। ਉਹਨੂੰ ਹਟਾਉਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਠੀਕ ਹੈ। ਫਿਰ ਦਿੱਲੀ ਦੀ ਸਰਕਾਰ ਤੋਂ ਅਸੀਂ ਜਿਹੜਾ ਉਹਨਾਂ ਦਾ ਸੰਜੇ ਘੋਸ਼ ਵਕੀਲ ਸੀ, ਉਹਨੂੰ ਕੋਰਟ ਵਿੱਚ ਜਾ ਕੇ ਕਿਹਾ ਕਿ ਬਈ ਇੱਥੇ ਕੁਝ ਨਹੀਂ ਟੁੱਟਣ ਦਿੱਤਾ ਜਾਏਗਾ, ਜਿਹਦੇ ਉੱਤੇ ਜੱਜ ਨੇ ਬਲਕਿ ਉਹਨੂੰ ਝਾੜਿਆ ਵੀ ਵੀ ਤੁਸੀਂ ਸਰਕਾਰ ਹੋ ਕਿ ਕੀ ਹੋ। ਉਹਨੇ ਕਿਹਾ ਨਹੀਂ ਜੀ ਨਹੀਂ ਝਾੜਿਆ ਜਾਏਗਾ, ਮਤਲਬ ਨਹੀਂ ਹਟਾਇਆ ਜਾਏਗਾ। ਜੋ ਸਟੈਂਡ ਅਸੀਂ ਕੋਰਟ 'ਚ ਲੈ ਚੁੱਕੇ, ਜੋ ਸਟੈਂਡ ਅਸੀਂ ਉਸ ਮੀਟਿੰਗ 'ਚ ਲੈ ਚੁੱਕੇ। ਉਹਦੇ ਬਾਅਦ ਇੱਕ ਦੂਜੀ ਗੱਲ, ਇਹ ਹਟਾਉਣ ਦਾ ਕੰਮ MCD ਕਰੇਗੀ। ਅੱਛਾ, ਪੁਲਿਸ ਕਰੇਗੀ, ਦਿੱਲੀ ਪੁਲਿਸ ਕੇਂਦਰ ਸਰਕਾਰ ਕੋਲ, MCD BJP ਸਰਕਾਰ ਕੋਲ। ਇਹ ਕੰਮ ਇਹ ਕਰਨਾ ਚਾਹੁੰਦੇ ਸੀ ਜਿਹਨੂੰ ਰੋਕਿਆ ਗਿਆ। ਹੁਣ ਤੁਸੀਂ ਬਿਨਾਂ ਵਜ੍ਹਾ ਇਹ ਵੀ ਜਾਣ ਲਓ, ਹੋਮ ਮਿਨਿਸਟਰੀ ਜਿਹੜੀ ਦਿੱਲੀ ਦੀ ਹੈ, ਲਾਅ ਐਂਡ ਆਰਡਰ ਹੈ, ਉਹ ਸੈਂਟਰ ਗਵਰਨਮੈਂਟ ਕੋਲ ਹੈ। ਮੀਟਿੰਗ ਕੌਣ ਸੱਦ ਰਿਹਾ ਹੈ? ਹੋਮ ਸੈਕਟਰੀ ਸੱਦ ਰਿਹਾ ਹੈ। ਉਹ ਕਿਹਨੂੰ ਜਵਾਬ ਦਿੰਦਾ ਹੈ? ਉਹ ਉਪ ਰਾਜਪਾਲ ਨੂੰ ਜਵਾਬ ਦਿੰਦਾ ਹੈ। ਤੇ ਜਵਾਬ ਤਾਂ ਤੁਹਾਨੂੰ ਦੇਣਾ ਚਾਹੀਦਾ ਹੈ, ਕਿਉਂ ਝੂਠ ਮਾਰੀ ਜਾਂਦੇ ਹੋ ਜੀ। ਇਸ ਕਰਕੇ ਉਸ ਮੀਟਿੰਗ ਵਿੱਚ ਜਿਹੜੀ ਮੀਟਿੰਗ ਵੀ ਹੋਈ ਹੈ, ਉਹਦੇ ਵਿੱਚ ਇਹ ਫੈਸਲਾ ਹੋਇਆ ਕਿ ਉਹਦਾ ਬਿਊਟੀਫਿਕੇਸ਼ਨ ਕੀਤਾ ਜਾਏਗਾ। ਫਿਰ ਤੁਸੀਂ ਝੂਠ ਬੋਲ, ਤੁਸੀਂ ਇੱਕ ਚੁਣੀ ਹੋਈ ਸਿੱਖ ਸੰਸਥਾ ਦੇ ਹੈੱਡ ਬਣੇ ਹੋ, ਝੂਠ ਨਾ ਬੋਲੋ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ ਜੀ। ਜੋ ਗੁਰ ਦੱਸੇ ਵਾਟ ਫਰੀਦਾ ਜੋਲੀਏ। ਹੁਣ ਤੁਸੀਂ ਝੂਠ ਦੇ ਮਾਰਗ ਤੇ ਚੱਲਦੇ ਹੋ, ਇਹ ਬੜੀ ਸ਼ਰਮ ਦੀ ਗੱਲ ਹੈ। ਆਪਾਂ ਇੱਕ ਸ਼ੁਰੂ 'ਚ ਗੱਲ ਕੀਤੀ ਸੀ ਪੱਤਰਕਾਰਿਤਾ ਤੇ ਸਿਆਸਤ ਦੀ, ਕਿਹਦੇ ਵਿੱਚ ਜ਼ਿਆਦਾ ਸੱਚ ਬੋਲਣ ਦੀ ਆਜ਼ਾਦੀ ਹੈ? ਦੇਖੋ, ਮੈਂ ਜਿਸ ਨੇ ਸੱਚ ਬੋਲਣਾ ਹੁੰਦਾ ਉਹਨੂੰ ਆਜ਼ਾਦੀ ਹਮੇਸ਼ਾ ਹੁੰਦੀ ਹੈ। ਮੇਰਾ ਮੰਨਣਾ ਹੈ ਕਿ ਗੁਰੂ ਸਾਹਿਬ ਨੇ ਕੀਤਾ ਹੀ ਸਾਨੂੰ ਆਜ਼ਾਦ ਹੈ, ਖੁਦ ਮੁਖਤਿਆਰ ਕਰ ਦਿੱਤਾ। ਜਿਹਨੇ ਨਹੀਂ ਬੋਲਣਾ ਉਹਨੇ ਨਹੀਂ ਬੋਲਣਾ। ਹਾਂ, ਜਦੋਂ ਤੁਸੀਂ ਅਖਬਾਰਾਂ 'ਚ ਕੰਮ ਕਰਦੇ ਹੋ, ਕੁਝ ਕੰਸਟ੍ਰੇਨਸ ਹੁੰਦੇ ਨੇ, ਕੁਝ ਨਾ ਕੁਝ ਤੁਹਾਡੇ ਉੱਤੇ ਅਸਰ ਹੁੰਦਾ ਹੈ। ਇਹ ਵੀ ਹੁੰਦਾ ਹੈ ਕਿ ਜਿਹੋ ਜਿਹਾ ਤੁਹਾਡਾ ਸੰਪਾਦਕ ਹੈ, ਉਨੀ ਕੁ ਖੁੱਲ੍ਹ ਜਿਹੜਾ ਹੈ ਪੱਤਰਕਾਰ ਲੈਂਦਾ ਹੈ। ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ। ਜੇ ਰਵੀਸ਼ ਕੁਮਾਰ ਅੱਜ ਬੋਲਦਾ ਹੈ, ਇਸ ਕਰਕੇ ਕਿ NDTV ਉਹਨੂੰ ਬੋਲਣ ਦਿੰਦਾ ਹੈ ਜੀ। ਜੇ ਉਹ ਕੀ ਨਾਂ ਸੀ ਉਹਦਾ, ਪ੍ਰਣਬ ਪ੍ਰਸੂਨ ਵਾਜਪੇਈ ਨੇ ਬੋਲਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਦੂਜੇ ਕੱਢ ਕੇ ਉਹਨੂੰ ਬਾਹਰ ਮਾਰਿਆ। ਜੇ ਵਿਸਾਰ ਸ਼ਰਮਾ ਨੇ ਸੱਚ ਬੋਲਣ ਦੀ ਕੋਸ਼ਿਸ਼ ਕੀਤੀ, ਉਹਨੂੰ ਕੱਢ ਕੇ ਬਾਹਰ ਮਾਰਿਆ। ਇਹ ਵੀ ਇੱਕ ਸੱਚਾਈ ਹੈ, ਪਰ ਤੁਹਾਡਾ ਇਖਲਾਕੀ ਤੌਰ ਦੇ ਉੱਤੇ ਵੀ ਤੁਸੀਂ ਕਰ ਸਕਦੇ ਹੋ। ਤੇ ਇਸ ਕਰਕੇ ਜਿੰਨੀ ਕੋਸ਼ਿਸ਼ ਕਰ ਸਕਦੇ, ਮੈਂ ਕਾਫੀ ਕੁਝ ਲਿਖਦਾ ਰਿਹਾ, ਕੋਈ ਐਸੀ ਬੰਦਸ਼ ਉਸ ਵੇਲੇ ਨਹੀਂ, ਪਰ ਖਾਸ ਕਰ 15 ਸਾਲ ਅੱਜ ਤੋਂ ਹੁਣ ਤੱਕ ਜ਼ਿਆਦਾ ਸਮਾਂ ਹੋ ਗਿਆ, ਉਸ ਵੇਲੇ ਇੰਨੀ ਬੰਦਸ਼ ਨਹੀਂ ਸੀ। ਅੱਛਾ ਜੀ। ਇਹ ਪਿਛਲੇ 10-12 ਸਾਲ ਵਿੱਚ ਤਾਂ ਮੀਡੀਆ ਦਾ ਬੇੜਾ ਗਰਕ ਹੋਇਆ। ਬਹੁਤ ਬੁਰਾ। ਤੁਸੀਂ ਹੁਣ ਪੱਤਰਕਾਰਿਤਾ ਨਾਲ ਜੁੜੇ ਹੋਏ ਹੋ? ਨਹੀਂ, ਜਿਸ ਵੇਲੇ ਮੈਂ ਜੁੱਤੀ ਸੁੱਟੀ ਸੀ, ਮੇਰੇ ਆਪਣੇ ਪੱਤਰਕਾਰਿਤਾ ਕੈਰੀਅਰ ਦਾ ਦੀ ਐਂਡ ਹੋ ਗਿਆ ਸੀ। ਪੋਲੀਟੀਕਲ ਕੈਰੀਅਰ ਦੀ ਸ਼ੁਰੂਆਤ ਹੋ ਗਈ ਸੀ? ਨਹੀਂ, ਪੋਲੀਟੀਕਲ ਕੈਰੀਅਰ ਵੀ ਤਾਂ ਨਹੀਂ ਸ਼ੁਰੂ, 2009 ਦੀ ਗੱਲ ਹੈ। ਇਲੈਕਸ਼ਨ ਮੈਂ MLA ਜਾ ਕੇ 2015 ਚ ਬਣਿਆ। ਉਹ ਮੈਂ ਜੇ ਸ਼ੁਰੂ ਕਰਨਾ ਹੁੰਦਾ ਉਦੋਂ ਹੀ ਸ਼ੁਰੂ ਕਰ ਲੈਂਦਾ। ਉਹ ਪਲਾਨ ਸੀਗਾ? ਤੁਸੀਂ ਕੁਝ ਮਿੱਥ ਕੇ ਗਏ ਸੀਗੇ ਵੀ ਜੇ ਪੀਛੇ ਦਮਦਮ ਨੇ ਨਾ ਐਵੇਂ ਜਵਾਬ ਦਿੱਤਾ ਤਾਂ ਮੈਂ ਐਵੇਂ ਕਰਾਂਗਾ? ਮੈਂ ਇਹ ਮਿੱਥ ਕੇ ਗਿਆ ਸੀ ਕਿ ਜੇ ਤਾਂ ਉਹਨੇ ਕਿਹਾ ਕਿ ਬਈ ਸਾਨੂੰ ਅਫਸੋਸ ਹੈ ਤੇ ਅਸੀਂ ਉਹਦੀ ਕਾਰਵਾਈ ਕਰਾਂਗੇ, ਬੀਇੰਗ ਹੋਮ ਮਿਨਿਸਟਰ ਮੈਂ ਕੇਸ ਦਾਇਰ ਕਰਦਾ ਜੀ, ਤੇ ਅਸੀਂ ਉਹਨਾਂ ਦੀ ਟਿਕਟਾਂ ਵਾਪਸ ਲੈਣੇ ਤਾਂ ਤੇ ਫਿਰ ਮਾਰਨ ਦਾ ਮਤਲਬ ਨਹੀਂ ਹੈ। ਪਰ ਮੈਨੂੰ 99.9% ਭਰੋਸਾ ਸੀ ਇਹ ਸੱਤਾ ਦੇ ਹੰਕਾਰ ਦੇ ਵਿੱਚ ਕਹੇਗਾ ਕਿ ਅਸੀਂ ਤੇਰੀ ਗੱਲ ਨਹੀਂ ਸੁਣਨੀ, ਪਰ ਉਹੀ ਹੋਇਆ। ਮੈਂ ਉਹਨੂੰ ਪੁੱਛਿਆ ਬਈ ਤੂੰ ਖੁਸ਼ੀ ਕਿਉਂ ਜਤਾਈ ਹੈ? ਤੂੰ ਕਹਿ ਰਿਹਾ ਕਾਤਲਾਂ ਦੇ ਛੁੱਟਣ ਤੇ ਮੈਂ ਖੁਸ਼ ਹਾਂ ਮੇਰੇ ਮਿੱਤਰਾਂ ਦੇ, ਵੀ ਤੂੰ ਹੋਮ ਮਿਨਿਸਟਰ ਹੈ, ਤੈਨੂੰ ਅਫਸੋਸ ਹੋਣਾ ਚਾਹੀਦਾ। ਉਹ ਕਹਿੰਦਾ ਕਿ ਯੂ ਆਰ ਯੂਜ਼ਿੰਗ ਦਿਸ ਪਲੇਟਫਾਰਮ ਫॉर योर ਏਜੰਡਾ। ਤੇਰਾ ਏਜੰਡਾ ਹੈ? ਮੈਂ ਕਿਹਾ ਏਜੰਡਾ ਕੀ ਹੈ? ਤੂੰ ਸਟੇਟਮੈਂਟ ਦਿੱਤੀ, ਮੈਂ ਤੁਹਾਨੂੰ ਕਲੈਰੀਫਿਕੇਸ਼ਨ ਮੰਗ ਰਿਹਾ। ਕਹਿੰਦਾ ਇਹ ਤਾਂ ਅਦਾਲਤ ਦੇਖੇਗੀ। ਮੈਂ ਕਿਹਾ ਅਦਾਲਤ ਜੇ CBI ਨੇ ਕਲੀਨ ਚਿਟ ਦੇਤੀ ਤੇ ਕੌਣ ਕੇਸ ਪ੍ਰੂਵ ਕਰੇਗਾ? ਉਹ ਕਹਿੰਦਾ ਤੇਰੇ ਨਾਲ ਬਹਿਸ ਨਹੀਂ ਕਰਨੀ। ਫਿਰ ਮੈਂ ਛਿੱਤਰ ਮਾਰਿਆ ਉਹਦੇ। ਫਿਰ ਜਦੋਂ ਉਹਦੇ ਪਿਆ ਉਹਦੇ ਫਿਰ ਉਹ ਆਪ ਹੀ ਕਹਿੰਦਾ ਗ੍ਰੀਵੈਂਸਿਸ ਆਰ ਲੈਜੀਟਿਮੇਟ ਇਨਫ ਪੀਪਲ ਆਰ ਨਾਟ ਬੀਨ ਪੁਨਿਸ਼ਡ। ਤੇ ਇਸ ਕਰਕੇ ਮੈਂ ਮੰਨ ਕੇ ਗਿਆ ਸੀ ਕਿ ਇਹ ਮੈਨੂੰ ਕਰਨਾ ਪੈਣਾ, ਔਰ ਮੈਂ ਇਹ ਵੀ ਮੰਨ ਕੇ ਗਿਆ ਸੀ ਕਿ ਮੈਨੂੰ ਜੇਲ੍ਹ 'ਚ ਬੰਦ ਕਰਨਗੇ। ਇਹ ਮੈਨੂੰ ਲੈ ਤਾਂ ਗਏ, ਉੱਥੇ ਮੇਰੀ ਇੰਟਰੋਗੇਸ਼ਨ ਵੀ ਹੋਈ, ਥਾਣੇ ਮੈਨੂੰ ਤੁਗਲਕ ਰੋਡ ਲੈ ਗਏ, ਬੰਦ ਵੀ ਕੀਤਾ, ਪਰ ਉਹ ਮਸਲਾ ਅੱਧੇ ਘੰਟੇ ਦੇ ਵਿੱਚ ਹਰ ਦੁਨੀਆ ਦੇ ਚੈਨਲ ਦੇ ਉੱਤੇ ਸੀ। ਉਹਨੂੰ ਦੱਬ ਨਹੀਂ ਸਕੇ ਜੀ। ਦੂਜੀ ਗੱਲ ਤੁਹਾਡੀ ਸ਼ਲਾਘਾ ਵੀ ਕਰਦਾ ਕਿ ਤੁਸੀਂ ਉਹ ਦਬਾਅ ਬਣਾਉਣ ਦੇ ਵਿੱਚ ਸਫਲ ਹੋਏ। ਦੂਜੀ ਗੱਲ ਮੈਂ ਇਹ ਕਹਿੰਦਾ, ਇਹਨਾਂ ਨੇ ਮੈਨੂੰ, ਜੇ ਮੈਂ ਕੋਈ ਐਵੇਂ ਬੰਦਾ ਹੁੰਦਾ, ਇਹਨਾਂ ਨੇ ਮੈਨੂੰ ਪਾਗਲ ਜਾਂ ਕੁਝ ਹੋਰ ਸਾਬਤ ਕਰ ਦੇਣਾ ਸੀ ਜੀ। ਪਰ ਜਦੋਂ ਅਗਲੇ ਦਿਨ ਹਿੰਦੁਸਤਾਨ ਟਾਈਮਸ ਦੇ ਵਿੱਚ ਮੇਰੇ ਮਿੱਤਰ ਜਿਹਦੇ ਨਾਲ ਮੈਂ ਡਿਫੈਂਸ ਕੋਰਸਪੋਂਡੈਂਟ ਰਿਹਾ ਤੇ ਅਮਰੀਕਾ ਮਾਸਕੋ ਮੈਂ ਉਹਦੇ ਨਾਲ ਰਿਪੋਰਟਿੰਗ ਕਰਨ ਜਾਂਦਾ ਰਿਹਾ, ਉਹਨੇ ਜਦੋਂ ਲਿਖਿਆ ਕਿ ਜਰਨੈਲ ਸਿੰਘ ਮੇਰਾ ਦੋਸਤ ਇੱਕ ਕਿਹੋ ਜਿਹਾ ਤੇ ਇਹਨਾਂ ਨੂੰ ਸਮਝ ਨਹੀਂ ਆਈ। ਜਦੋਂ ਸੁਜੌਨ ਦੱਤਾ ਨੇ ਦ ਟੈਲੀਗ੍ਰਾਫ ਦੇ ਵਿੱਚ ਲਿਖਿਆ ਕਿ ਇਹ ਉਹੀ ਜਰਨੈਲ ਸਿੰਘ ਹੈ ਜਿਹੜਾ ਸਾਡੇ ਨਾਲ ਰਿਪੋਰਟਿੰਗ ਕਰਦਾ ਹੈ ਤੇ ਕਦੇ ਕਿਸੇ ਕੰਪਨੀ ਤੋਂ ਇਹਨੇ ਅੱਜ ਤੱਕ ਗਿਫਟ ਵੀ ਨਹੀਂ ਲਿਆ, ਇਹ ਉਹ ਜਰਨੈਲ ਸਿੰਘ ਹੈ
ਜਦੋਂ ਦ ਹਿੰਦੂ ਨੇ ਮੇਰੇ ਬਾਰੇ ਉਹ ਰਿਪੋਰਟਿੰਗ ਲਿਖੀ ਤੇ ਇਹਨਾਂ ਨੂੰ ਸਮਝ ਨਹੀਂ ਆਈ ਕਿ ਇਸ ਬੰਦੇ ਨੂੰ ਜਿਹਨੇ ਜੁੱਤੀ ਵੀ ਮਾਰੀ ਹੈ ਉਸ ਨੂੰ ਮੀਡੀਆ ਦੇ ਅੰਦਰ ਖਬਰਾਂ ਛਪ ਰਹੀਆਂ ਨੇ ਕਿ ਇਹ ਬੰਦਾ ਕਿੰਨਾ ਵਧੀਆ ਜਰਨਲਿਸਟ ਹੈ, ਸਿੰਪਥੀ ਉਹਦੇ ਨਾਲ ਜਿਹੜੀ ਜਾ ਕੇ ਜੁੜ ਗਈ ਤੇ ਇਹ ਫਿਰ ਮੇਰੇ ਖਿਲਾਫ ਕੁਝ ਕਰ ਨਹੀਂ ਸਕੇ। ਹਾਂ, ਉਹ ਗੱਲ ਹੋਰ ਹੈ ਕਿ ਮੇਰਾ ਆਪਣਾ ਪੱਤਰਕਾਰਤਾ ਦਾ ਕੈਰੀਅਰ ਖਤਮ ਹੋ ਗਿਆ, ਉਹ ਮੈਨੂੰ ਉਦੋਂ ਪਤਾ ਸੀ ਮੈਂ ਖਤਮ ਕਰਨ ਜਾ ਰਿਹਾ ਤੇ ਮੈਂ ਤਿਆਰ ਸੀ ਮੈਨੂੰ ਜੇਲ੍ਹ 'ਚ ਬੰਦ ਕਰ ਦੇਣ, ਤੇ ਮੈਂ ਤੇ ਇਹ ਵੀ ਤਿਆਰ ਸੀ ਕਿ ਮੈਨੂੰ ਮੈਂ ਕਹਾਂਗਾ ਕਿ ਜਿਨ੍ਹਾਂ ਨੇ ਕਤਲ ਕੀਤੇ ਹੈ ਉਹ ਬਾਹਰ ਨੇ, ਜਿਹਨੇ ਪ੍ਰੋਟੈਸਟ ਕੀਤਾ ਹੈ ਉਹ ਅੰਦਰ ਹੈ, ਪਰ ਇਹਨਾਂ ਤੇ ਇੰਨਾ ਪ੍ਰੈਸ਼ਰ ਬਣਿਆ ਕਿ ਇਹ ਮੈਨੂੰ ਜੇਲ੍ਹ 'ਚ ਰੱਖ ਨਹੀਂ ਸਕੇ। ਰਾਜਨੀਤੀ ਦੇ ਵਿੱਚ ਜਰਨੈਲ ਸਿੰਘ ਨੂੰ ਤਾਂ ਸੱਚ ਬੋਲਣ ਦਾ ਜਿਹੜਾ ਇੱਕ ਸੁਭਾਅ ਹੈਗਾ, ਪਰ ਬਾਕੀ ਵੀ ਹੋਰਾਂ ਨੂੰ ਜਿਹੜਾ ਸੱਚ ਬੋਲਣ ਦੀ ਉਨੀ ਕੁ ਆਜ਼ਾਦੀ ਹੈ ਜਿਵੇਂ ਤੁਸੀਂ ਪੱਤਰਕਾਰਿਤਾ ਦੀ ਦੇਖੋ ਗੱਲ ਕਰ ਰਹੇ ਹੋ। ਮੈਂ ਸੱਚ ਹਮੇਸ਼ਾ ਬੋਲਦਾ। ਪਿੱਛੇ ਜੇ ਸਾਡੀ ਪਾਰਟੀ ਦੀ ਗੱਲ ਚੱਲੀ ਕਿ ਵੀ ਕਾਂਗਰਸ ਨਾਲ ਸਮਝੌਤਾ ਹੋ ਜਾਏਗਾ ਲੋਕ ਸਭਾ ਦੇ ਵਿੱਚ, ਤੇ ਮੈਂ ਤੇ ਉਦੋਂ ਕੇਜਰੀਵਾਲ ਸਾਹਿਬ ਨੂੰ ਸਿੱਧਾ ਫੋਨ ਕਰਤਾ, ਮੈਂ ਕਿਹਾ ਵੀ ਮੈਂ ਤੇ ਰਹਿ ਨਹੀਂ ਸਕਦਾ। ਤੁਸੀਂ ਉਹਨੂੰ ਅਨਹੋਲੀ ਟਾਈ ਅਪ ਕਿਹਾ ਸੀ। ਮੈਂ ਉਹਨੂੰ ਅਨਹੋਲੀ ਟਾਈਪ ਕਹਿਤਾ ਤੇ ਮੈਂ ਉਹਦੇ ਜੋ ਅਖਬਾਰ 'ਚ ਵੀ ਖਬਰ ਦੇਤੀ ਵੀ ਮੈਂ ਨਹੀਂ ਰਹਾਂਗਾ ਜੀ। ਉਸੇ ਤਰ੍ਹਾਂ ਜੇ ਵੀ ਕੋਈ ਵੀ ਮਸਲਾ ਜਿਹੜਾ ਆ ਉਹ ਸਾਡੇ ਸਿੱਖਾਂ ਦੇ ਵਿਰੁੱਧ ਹੋਏਗਾ, ਮੈਂ ਉਹਦੇ ਤੇ ਚੁੱਪ ਨਹੀਂ ਕਰ ਸਕਦਾ। ਉਹ ਜਿਹੜੀ ਗੱਲਾਂ ਦੇ ਉੱਤੇ ਮੇਰੀ ਰਾਏ ਨਹੀਂ ਹੁੰਦੀ, ਜੇ ਉਹਨਾਂ ਦੀ ਆਪਣਾ ਖਾਲੜਾ ਸਾਹਿਬ ਦੀ ਵਾਈਫ ਨੇ ਇਲੈਕਸ਼ਨ ਲੜਿਆ ਜੀ ਤੇ ਮੈਂ ਔਨ ਰਿਕਾਰਡ ਕਿਹਾ ਕਿ ਇਹਨਾਂ ਦਾ ਸਮਰਥਨ ਕਰਨਾ ਚਾਹੀਦਾ ਜੀ। ਤੇ ਮੈਂ ਹੋ ਸਕਦਾ ਹੈ ਸਿਆਸਤ ਦੇ ਵਿੱਚ ਸੱਚ ਬੋਲਣ ਦਾ ਲੋਕਾਂ ਨੂੰ ਪਸੰਦ ਵੀ ਨਾ ਹੋਵੇ ਤੇ ਉਹਦੀ ਸਜ਼ਾ ਭੁਗਤਣਾ ਪਵੇ, ਪਰ ਮੈਂ ਉਸ ਚੀਜ਼ ਤੋਂ ਪਰਵਾਹ ਨਹੀਂ ਕਰਦਾ। ਠੀਕ ਹੈ। ਤੇ ਮੈਨੂੰ ਲੱਗਦਾ ਹੈ ਕਿ ਜੋ ਫਿਰ ਮੈਂ ਇਹ ਕਹਿਣਾ ਕਿ ਮਹਾਰਾਜ ਕਹਿੰਦੇ ਨਾ ਕਿ ਸੱਚ ਕੀ ਬਾਣੀ ਨਾਨਕ ਹੱਕ ਕੀ ਸੱਚ, ਜੇ ਸਾਡੇ ਅੰਦਰੋਂ ਸੱਚ ਮਰ ਗਿਆ ਨਾ ਫਿਰ ਜਰਨੈਲ ਸਿੰਘ ਵੀ ਮਰ ਗਿਆ। ਤੇ ਮੈਂ ਤਾਂ ਇਹ ਸੋਚਦਾ ਕਿ ਮੈਨੂੰ ਅਜੇ ਉਸ ਹਿਸਾਬ ਨਾਲ ਜਿਉਂਦੇ ਰਹਿਣਾ, ਬਾਕੀ ਪ੍ਰਮਾਤਮਾ ਜਾਣੇ, ਜਿਵੇਂ ਸੇਵਾ ਲੈਣੀ ਉਹ ਆਪ ਲਊਗਾ। ਦਿੱਲੀ 'ਚ ਅਗਲੇ ਸਾਲ ਇਲੈਕਸ਼ਨ ਹੈ, ਜਰਨੈਲ ਸਿੰਘ ਜੀ ਕਿੱਥੇ ਖੜੇ ਹੋਣਗੇ? ਦੇਖੋ ਮੈਂ ਅਜੇ ਇਸ ਬਾਰੇ ਨਹੀਂ ਵਿਚਾਰ ਕੀਤੀ ਜੀ, ਜਿੱਦਾਂ ਪਾਰਟੀ ਦੇਖੇਗੀ ਤਾਂ ਵਿਚਾਰ ਕਰਾਂਗੇ। ਅਜੇ ਮੈਂ ਕਿ ਪੰਜਾਬ ਦੇ ਵਿੱਚ ਦੁਬਾਰਾ ਆਉਣਾ ਚਾਹੋਗੇ? ਮੈਂ ਅਜੇ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਓਕੇ। ਤੇ ਜਦੋਂ ਮੈਂ ਇਹ ਕਹਿਣਾ ਕਿ ਪੰਜਾਬ ਦੀ ਸਿੱਖਾਂ ਦੀ ਸੇਵਾ ਕਰਨ ਲਈ ਝੋਲੀ ਅੱਡੀ ਹੋਈ ਹੈ ਜੀ, ਪਰ ਦਾਤ ਜੇ ਦੇਣੀ ਹੈ ਉਸ ਅਕਾਲ ਪੁਰਖ ਨੇ ਪਾਉਣੀ ਹੈ ਤੇ ਤਿਆਰ ਬੈਠੇ ਆ। ਮੈਂ ਭੱਜਦਾ ਨਹੀਂ ਕਿਸੇ ਪਿੱਛੇ ਜੀ, ਮੇਰੀ ਇੱਕ ਆਦਤ ਹੈ, ਮੈਂ ਕਿਸੇ ਚੀਜ਼ ਪਿੱਛੇ, ਕਿਸੇ ਪਦਵੀ ਪਿੱਛੇ, ਕਿਸੇ ਉਹਦੇ ਪਿੱਛੇ ਮੈਂ ਦੌੜਦਾ ਨਹੀਂ ਆ। ਬੇਸ਼ੱਕ ਤੁਸੀਂ ਗਿਣਤੀ ਪੱਖੋਂ ਲੰਬੀ ਦੀ ਸੀਟ ਹੈ ਜਿਹੜੀ ਉਹ ਹਾਰ ਗਏ ਸੀ, ਪਰ ਇੱਕ ਤਕੜੀ ਟੱਕਰ ਦੇਣ ਦੇ ਵਿੱਚ ਤੁਸੀਂ ਕਾਮਯਾਬ ਹੋਏ ਸੀ, ਤੁਸੀਂ ਉਹਨੂੰ ਬਰਕਰਾਰ ਮੁੜ ਕੇ ਰੱਖੋਗੇ? ਦੇਖੋ ਮੈਂ ਇੱਕ ਗੱਲ ਤੁਹਾਨੂੰ ਫਿਰ ਇਹ ਗੱਲ ਕਹਿ ਰਿਹਾ ਕਿ ਉਹਦੇ ਵਿੱਚ ਆਪਾਂ ਇੱਕ ਬਣਾਈ ਸੀ ਕਿ ਜਿਹੜੇ ਵੀ ਜਿਨ੍ਹਾਂ ਦੇ ਲੋਕ ਜਿਹੜੇ ਨੇ ਉਹ ਭਾਵੇਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਮਜੀਠੀਆ, ਇਹਨਾਂ ਨੂੰ ਟੱਕਰ ਦੇਣੀ ਚਾਹੀਦੀ ਹੈ, ਤੇ ਪਾਰਟੀ ਨੇ ਕਿਹਾ ਕਿ ਬਈ ਇੱਥੇ ਲੜਨ ਨੂੰ ਕੋਈ ਤਿਆਰ ਨਹੀਂ ਹੁੰਦਾ, ਤੁਸੀਂ ਆ ਜਾਓ। ਤੇ ਮੈਂ ਕਿਹਾ ਕੋਈ ਨਹੀਂ, ਇਹ ਵੀ ਵੱਡੇ ਭਾਗਾਂ ਦੀ ਗੱਲ ਹੈ ਤੇ ਅਸੀਂ ਲੜਨ ਨੂੰ ਤਿਆਰ ਹੋ ਗਏ ਜੀ। ਤੇ ਹੁਣ ਉੱਥੋਂ ਅਸੀਂ ਉਹ ਇਲੈਕਸ਼ਨ ਲੜੀ ਜੀ, ਤੇ ਜੇ ਕਿਤੇ ਉਹ ਤਿਕੋਣਾ ਮੁਕਾਬਲਾ ਨਾ ਬਣਦਾ, ਜੇ ਕੈਪਟਨ ਅਮਰਿੰਦਰ ਸਿੰਘ ਇਹ ਦੋ ਜਗ੍ਹਾ ਤੋਂ ਇਲੈਕਸ਼ਨ ਲੜੇ, ਕਦੇ ਨਹੀਂ ਲੜੇ ਜੀ, ਤੇ ਲੋਕ ਕਹਿੰਦੇ ਸੀ ਇਹਨੂੰ ਬਚਾਉਣ ਵਾਸਤੇ ਆਇਆ ਤਾਂ ਕਿ ਤਿੰਨ ਕੋਣਾ ਹੋ ਜਾਏ ਬਣ ਜੇ, ਤੇ ਸ਼ਾਇਦ ਉਹਦੇ ਨਾਲ ਫਿਰ ਉਹ ਫਰਕ ਪਿਆ ਉੱਥੇ। ਦਿੱਲੀ ਗੁਰਦੁਆਰਾ ਕਮੇਟੀ ਦੇ ਉੱਪਰ ਕੋਈ ਨਜ਼ਰੀਆ ਜਾਂ ਕੁਝ? ਦੇਖੋ ਮੈਂ ਫਿਰ ਤੁਹਾਨੂੰ ਫਿਰ ਇੱਕ ਗੱਲ ਕਰਦਾ। ਮੈਨੂੰ ਇੱਕ ਗੱਲ ਯਾਦ ਹੈ, ਮੈਂ ਨਾ ਜਦੋਂ ਅਖਬਾਰ 'ਚ ਪਹਿਲੇ ਇੱਕ ਕੰਮ ਸ਼ੁਰੂ ਕੀਤਾ ਨਾ ਜੀ, ਤੇ ਉਹਦਾ ਆਫਿਸ ਜਿਹੜਾ ਬੜਾ ਦੂਰ ਚਲ ਗਿਆ, ਤੇ ਮੈਂ ਨਾ ਕਿਸੇ ਹੋਰ ਅਖਬਾਰ ਦੇ ਵਿੱਚ ਇੰਟਰਵਿਊ ਦੇਣ ਵਾਸਤੇ ਬੱਸ ਸਟਾਪ ਤੇ ਖੜਾ ਸੀ ਜੀ। ਇੱਕ ਬੰਦਾ ਇੱਕ ਆਈ ਬੱਸ ਤੋਂ ਉਤਰਿਆ ਤੇ ਉਹਨੇ ਮੈਨੂੰ ਕਿਹਾ ਕੀ ਹਾਲ ਹੈ? ਮੈਂ ਕਿਹਾ ਮੈਂ ਤੈਨੂੰ ਜਾਣਦਾ ਨਹੀਂ। ਕਹਿੰਦਾ ਮੈਂ ਤੈਨੂੰ ਉਦੋਂ ਮਿਲਿਆ ਸੀ। ਮੈਂ ਕਿਹਾ ਹਾਂ ਤੂੰ ਮੈਨੂੰ ਮਿਲਿਆ ਸੀ। ਉਹ ਬੱਸ ਤੋਂ ਉਤਰਿਆ, ਮੈਂ ਤੇ ਬੱਸ ਕਿਤੇ ਹੋਰ ਜਾਣਾ ਸੀ। ਉਹ ਮੈਨੂੰ ਕਹਿੰਦਾ ਨਵਾਂ ਅਖਬਾਰ ਨਿਕਲ ਰਿਹਾ ਇੱਕ 16 ਲੈਂਗੁਏਜ ਦੇ ਵਿੱਚ, ਤੂੰ ਮੇਰੇ ਨਾਲ ਚੱਲ ਜੀ। ਮੈਂ ਉਹਦੇ ਨਾਲ ਚੱਲ ਗਿਆ। ਮੈਂ 3 ਸਾਲ ਉੱਥੇ ਕੰਮ ਕੀਤਾ। ਅੱਛਾ। ਤੇ ਮੈਂ ਦੇਖਿਆ ਕਿ ਕਹਿੰਦੇ ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ, ਖਿਨ में थाप उथापन हारा आपन हाथ पतान, सियाणप काहू काम ना यात, जो अनरूपियो ठाकुर मेरे होई रहियो बात। होना वही है जो ਉਹਨੇ ਲਿਖਿਆ ਹੈ। ਜੇ ਸੇਵਾ ਲੈਣੀ ਹੈ ਤੇ ਸਾਡੀ ਝੋਲੀ ਅੱਡੀ ਹੈ, ਸੇਵਾ ਤੋਂ ਨਹੀਂ ਪਿੱਛੇ ਭੱਜਦੇ, ਪਰ ਕਿਸੇ ਉਹਦੇ ਚੀਜ਼ਾਂ ਦੇ ਪਿੱਛੇ ਮੈਂ ਦੌੜਦਾ ਨਹੀਂ। ਇੱਕ ਅਖੀਰਲਾ ਸਵਾਲ, ਪੰਜਾਬ ਦੀ ਪੱਤਰਕਾਰਿਤਾ ਖਾਸ ਤੌਰ ਤੇ ਜਿਹੜਾ ਟੈਲੀਵਿਜ਼ਨ ਮੀਡੀਆ ਹੈਗਾ, ਇਹ ਹੁਣ ਬਹੁਤ ਜ਼ਿਆਦਾ ਉਭਾਰ ਵੱਲ ਹੈ ਆਪਣੇ ਗਿਣਤੀ ਪੱਖੋਂ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ, ਇਹਦੀ ਕੁਆਲਿਟੀ ਨੂੰ, ਇਹਦੇ ਮਾੜੇ ਚੰਗੇ ਪ੍ਰਭਾਵ ਨੂੰ? ਦੇਖੋ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਮੀਡੀਆ ਆ ਉਹ ਅਜੇ ਬਿਲਕੁਲ ਜਿੱਦਾਂ ਕਹਿੰਦੇ ਸ਼ੈਸ਼ਵ ਅਵਸਥਾ, ਬਚਪਨੇ 'ਚ ਹੈ, ਨਵਜਨਮੇ। ਸਾਨੂੰ ਅਜੇ ਮੀਡੀਆ ਦੀ ਸਮਝ ਹੀ ਨਹੀਂ ਹੈ। ਮੈਂ 15 ਸਾਲ ਜਦੋਂ ਪਾਰਲੀਮੈਂਟ ਕਵਰ ਕੀਤੀ ਹੈ ਜੀ, ਤੁਸੀਂ ਮੰਨੋਗੇ ਪਾਰਲੀਮੈਂਟ ਕਵਰ ਕਰਨ ਵਾਲੇ ਬੰਗਾਲੀ ਜਿਹੜੇ ਨੇ ਜਰਨਲਿਸਟ, ਉਹ ਤਕਰੀਬਨ ਨਹੀਂ ਤਾਂ 80 ਤੋਂ 90 ਰਜਿਸਟਰਡ ਨੇ ਜੀ। ਮਰਾਠੀ ਵੀ 70 ਤੋਂ 80 ਰਜਿਸਟਰਡ ਨੇ।
ਤਾਮਿਲ ਜਿਹੜੇ ਨੇ ਉਹ ਵੀ ਤਕਰੀਬਨ 60 ਤੋਂ 70 ਰਜਿਸਟਰਡ ਨੇ। ਹਰ ਸਟੇਟਾਂ ਦੇ ਘੱਟੋ ਘੱਟ 10 ਤੋਂ 20 ਘੱਟੋ ਘੱਟ ਰਜਿਸਟਰਡ ਨੇ ਜਿਹੜੇ ਪਾਰਲੀਮੈਂਟ ਕਵਰ ਕਰਦੇ ਆ, ਜਿਹੜੀ ਸੈਂਟਰਲ ਗਵਰਨਮੈਂਟ ਕਵਰ ਕਰਦੇ ਆ। ਤੇ ਮੈਂ 15 ਸਾਲ ਦੇ ਵਿੱਚ ਇੱਕ ਵੀ ਪੰਜਾਬੀ ਪੱਤਰਕਾਰ ਕਿਸੇ ਵੀ ਵੱਡੇ ਪੰਜਾਬੀ ਅਖਬਾਰ ਦਾ ਪੰਜਾਬ ਦਾ ਉਹ ਪਾਰਲੀਮੈਂਟ ਕਵਰ ਕਰਦੇ ਨਹੀਂ ਦੇਖਿਆ। ਅੱਛਾ ਜੀ। ਮੈਂ ਕਦੇ ਸੈਂਟਰ ਗਵਰਨਮੈਂਟ ਕਵਰ ਕਰਦੇ ਨਹੀਂ ਦੇਖਿਆ, ਹੋਮ ਮਿਨਿਸਟਰੀ ਕਵਰ ਕਰਦੇ ਨਹੀਂ ਦੇਖਿਆ, ਡਿਫੈਂਸ ਕਵਰ ਕਰਦੇ ਨਹੀਂ ਦੇਖਿਆ। ਉਹ ਸਿਰਫ ਕੀ ਕਵਰ ਕਰਦੇ ਨੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੀ ਹੋਇਆ, ਇਸ ਮੈਂਬਰ ਨੇ ਇਹਨੂੰ ਇਹ ਕਹਿਤਾ, ਉਹਨੇ ਇਹ ਬਿਆਨ ਦੇ ਦਿੱਤਾ ਜੀ, ਅੱਜ ਸਿਰਸਾ ਸਾਹਿਬ ਨੇ ਆਹ ਕਰਤਾ। ਜਰਨਲਿਜ਼ਮ ਉਹ ਹੁੰਦਾ ਜਿਹੜਾ ਸਰਕਾਰਾਂ ਹਿਲਾ ਦੇ, ਖਬਰ ਐਸੀ ਕੱਢ ਕੇ ਲਿਆਓ ਕਿ ਤਰਥੱਲੀ ਮਚ ਜੇ ਜੀ। ਇਨਵੈਸਟੀਗੇਟਿਵ ਰਿਪੋਰਟਿੰਗ ਹੁੰਦੀ ਹੈ, ਉਹ ਤੇ ਇਸ ਕਿਤੇ ਹੈ ਨਹੀਂ। ਇਹ ਤੇ ਬਿਆਨ ਲਾਉਨੇ ਆ, ਅੱਜ ਇਹਨੇ ਕਰਤਾ, ਉਹਨੇ ਸਾਈਕਲ ਰੈਲੀ ਚਲਾਤੀ, ਅੱਜ ਉਹਨੇ ਇਹ ਕਰਤਾ। ਦਿਸ ਇਜ਼ ਸ਼ਿਟ, ਨਾਟ ਰਿਪੋਰਟਿੰਗ। ਰਿਪੋਰਟਿੰਗ ਕਰੋ। ਰਿਪੋਰਟਿੰਗ ਹੁੰਦੀ ਹੈ ਜਿਹੜੀ ਤੁਸੀਂ ਕੱਢ ਕੇ ਲਿਆਓ ਤੇ ਉਹ ਬਾਥਰੂਮ ਚੋਂ ਬਾਹਰ ਨਾ ਨਿਕਲੇ, ਮੋਤੀ ਮਹਿਲ ਚੋਂ, ਉਹ ਹੁੰਦੀ ਰਿਪੋਰਟਿੰਗ। ਉਹ ਆਪਾਂ ਨਹੀਂ ਕੀਤੀ। ਦੂਜੀ ਗੱਲ, ਮੈਂ ਇੱਕ ਗੱਲ ਦੇਖੀ, ਜਿਹੜੇ ਰਿਪੋਰਟਰਸ ਹੁੰਦੇ ਨੇ ਇਹ ਜਿਹੜੇ ਪਾਰਲੀਮੈਂਟ ਕਵਰ ਕਰਦੇ ਆ, ਫਾਈਨੈਂਸ ਮਿਨਿਸਟਰੀ ਕਵਰ ਕਰਦੇ ਆ, ਇਹ ਲੌਬਿੰਗ ਕਰਦੇ ਆਪਣੇ ਸਟੇਟ ਦੀ। ਇਹ 2 ਵਾਰੀ ਮਿनिस्टर ਨੂੰ ਸਵਾਲ पूछेंगे ना, हाँ जी वो जी हमारे स्टेट का क्या हुआ, उसमें ये प्रोजेक्ट था, क्या हुआ। वो मिनिस्टर कहता चल तीजी बार फिर पूछूगा, कुछ करो कर लिए। जो तुहाडे स्टेट का कोई रिपोर्टर उस मिनिस्टर ਨੂੰ कुछ ਪੁੱਛਦਾ ਹੀ ਨਹੀਂ, ਕੋਈ ਸਵਾਲ ਹੀ ਨਹੀਂ ਪੁੱਛਦਾ। ਜਦੋਂ ਪੁੱਛਦਾ ਹੀ ਨਹੀਂ ਕਿ ਵੀ ਤੁਸੀਂ ਪਰਾਲੀ ਜੇ ਖਤਮ ਕਰਾਉਣੀ ਹੈ ਤੇ ਸਬਸਿਡੀ ਕਦੋਂ ਦੇ ਰਹੇ ਹੋ ਜੀ, ਜੇ ਉਹਨਾਂ ਨੂੰ ਪੁੱਛਦਾ ਹੀ ਨਹੀਂ ਕਿ ਜੇ ਪੰਜਾਬ ਦੇ ਪਾਣੀ ਦਾ ਕੀ ਹੋਏਗਾ ਜੀ, ਤੇ ਉਹਦੇ ਵਾਸਤੇ ਤੁਸੀਂ ਮੈਟਰ ਨਹੀਂ ਕਰਦੇ ਹੋ। ਕੋਈ ਨੂੰ ਪੁੱਛਦਾ ਹੀ ਨਹੀਂ ਵੀ ਪੰਜਾਬ ਤੋਂ ਟ੍ਰੇਨਾਂ ਦੀ ਤੁਸੀਂ ਸਾਰੀਆਂ ਉਧਰ ਨੂੰ ਕਰੀ ਜਾਂਦੇ, ਉਧਰ ਟ੍ਰੇਨ ਕੋਈ ਕਿਉਂ ਨਹੀਂ ਕੱਢ ਕੇ ਲਿਆਉਂਦੇ ਜੀ, ਉਹ ਕੋਈ ਪੁੱਛਦਾ ਨਹੀਂ। ਫੂਡ ਪ੍ਰੋਸੈਸਿੰਗ ਇੰਡਸਟਰੀ ਉੱਥੇ ਆ ਰਹੀ, ਤੁਸੀਂ ਕਿਉਂ ਨਹੀਂ ਕਰਦੇ ਜੀ। ਤੁਸੀਂ IIT ਉਧਰ ਖੋਲਦੇ ਪਏ ਹੋ ਤੇ ਸਾਡੇ ਪੰਜਾਬ 'ਚ ਕਿਉਂ ਨਹੀਂ IIT ਖੋਲਦੇ ਜੀ। ਜਦੋਂ ਜਰਨਲਿਸਟ ਪੁੱਛਦਾ ਹੀ ਨਹੀਂ, ਲੀਡਰ ਤਾਂ ਸਾਡੇ ਪੁੱਛਦੇ ਨਹੀਂ ਜੀ, ਮੰਤਰੀਆਂ ਨੂੰ, ਭਾਵੇਂ ਉਹ ਸਾਡੀ ਮਿਨਿਸਟਰ ਹੋਵੇ ਉੱਥੇ, ਨਾ ਉਹ ਕਿਸੇ ਇਸ਼ੂ ਤੇ ਖੜੇ ਹੁੰਦੇ ਆ ਜੀ। ਤੇ ਜੇ ਪੱਤਰਕਾਰ ਵੀ ਨਹੀਂ ਪੁੱਛੇਗਾ ਤੇ ਤੁਹਾਡਾ ਲੌਬੀ ਨਹੀਂ ਕ੍ਰੀਏਟ ਹੁੰਦੀ, ਪ੍ਰੈਸ਼ਰ ਨਹੀਂ ਕ੍ਰੀਏਟ ਹੁੰਦਾ ਜੀ। ਜੇ ਤੁਸੀਂ ਆਪਣੇ ਸਟੇਟ ਨੂੰ ਲੈ ਕੇ ਉਹਨਾਂ ਮੰਤਰੀਆਂ ਨੂੰ ਸਵਾਲ ਪੁੱਛੋ ਤੇ ਤੁਸੀਂ ਸੈਂਟਰ ਗਵਰਨਮੈਂਟ ਕਵਰ ਕਰਦੇ ਹੋਵੋ, ਫਿਰ ਉਹਦੇ ਉੱਤੇ ਪ੍ਰੈਸ਼ਰ ਬਣਦਾ, ਉਹ ਤੁਹਾਡੇ ਇਸ਼ੂਜ਼ ਦੇ ਉੱਤੇ ਆਉਂਦਾ ਹੈ ਜੀ। ਜੋ ਦਮ ਆਨੰਦ ਬਾਜ਼ਾਰ ਪੱਤਰਿਕਾ ਦੇ ਵਿੱਚ ਅੱਜ ਵੀ ਹੈ, ਜੋ ਦਮ ਅੱਜ ਵੀ ਮਲਿਆਲਾ ਮਨੋਰਮਾ ਦੇ ਵਿੱਚ ਹੈ, ਤਾਮਿਲਨਾਡੂ ਦੇ ਅਖਬਾਰਾਂ ਦਾ ਤੇ ਉਹਨਾਂ ਦੇ ਬੰਗਾਲ ਦੇ, ਉਹ ਤੁਹਾਡੇ ਅਖਬਾਰਾਂ ਦਾ ਕਦੇ ਦਮ ਬਣਿਆ ਨਹੀਂ। ਕਿਉਂ ਤੁਸੀਂ ਇੱਥੇ ਅੱਜ ਇਹ ਹੋਇਆ ਜੀ, ਅੱਜ ਇਹ ਹੋਇਆ ਜੀ, ਅੱਜ ਇਹਦਾ ਬਿਆਨ ਹੈ ਜੀ, ਇਹਨੇ ਇਹ ਕਰਤਾ, ਰਿਪੋਰਟਿੰਗ ਨਹੀਂ ਹੈ ਜੀ। ਇਸ ਕਰਕੇ ਜਦ ਤੱਕ ਉਹਦੇ ਤੇ ਨਹੀਂ ਆਵਾਂਗੇ ਨਾ, ਤਦ ਤੱਕ ਸਾਡਾ ਉਹ ਦਮ ਪੰਜਾਬੀ ਮੀਡੀਆ ਦਾ ਜਿਹੜਾ ਅਸੀਂ ਕਹਿੰਦੇ ਆ ਉਹ ਨਹੀਂ ਬਣ ਸਕਦਾ ਜੀ। ਜਰਨੈਲ ਸਿੰਘ ਇੱਕ ਇਹ ਬੜਾ ਵੱਡਾ ਵਿਸ਼ਾ ਛੇੜ ਲਿਆ ਸੀ, ਇਹਦੇ ਤੇ ਫਿਰ ਕਦੇ ਰਿਪੋਰਟਿੰਗ ਤੇ ਗੱਲ ਕਰਾਂਗੇ। ਇੱਕ ਮਾਹਰ ਪੱਤਰਕਾਰ ਰਹੇ ਨੇ, ਪਰ ਮੈਨੂੰ ਲੱਗਦਾ ਵੀ ਸ਼ਾਇਦ ਅਸੀਂ ਤੁਹਾਡੀਆਂ ਆਸਾਂ ਤੇ ਪੂਰਾ ਉਤਰ ਸਕੀਏ ਰਿਪੋਰਟਿੰਗ ਦੇ ਪੱਖੋਂ। ਮੇਰੀ ਆਸਾਂ ਤੇ ਆਪਾਂ ਪੰਜਾਬੀਆਂ ਦੀ ਆਸਾਂ ਤੇ ਪੂਰੇ ਉੱਪਰ ਸਕੀਏ, ਉਹਨਾਂ ਦੇ ਇਸ਼ੂਜ਼ ਨੂੰ ਖੜੇ ਕਰ ਸਕੀਏ। ਅੱਜ ਇੱਕ ਪੂਰਾ ਖੜਾ ਕਰਨ ਦੀ ਲੋੜ ਹੈ। ਜੋ ਨਸ਼ਿਆਂ ਦੀ ਗੱਲਾਂ ਹੈ ਜੀ, ਅੱਜ ਕਿੰਨੇ ਕੁ ਇਹ ਜਿਹੜੇ ਨਸ਼ਾ ਤਸਕਰ ਨੇ, ਪੰਜਾਬ ਦੀ ਪੱਤਰਕਾਰੀ ਤੁਹਾਡੀ ਲੋੜ ਬਹੁਤ ਹੈ। ਨਸ਼ਾ ਜਿਹੜੇ ਨਸ਼ਾ ਤਸਕਰ ਨੇ, ਜਿਹੜੇ ਸਮਗਲਿੰਗ ਕਰਦੇ ਆ, ਕਿੰਨਿਆਂ ਦੀਆਂ ਲਿਸਟਾਂ ਕੱਢਤੀਆਂ ਸੀ, ਕਿਹੜੇ ਕਿਹੜੇ ਪੁਲਿਸ ਅਫਸਰ ਸ਼ਾਮਲ ਹੈ, ਆਪਾਂ ਕਿੰਨਾ ਕੁ ਉਹਦੇ ਚੋਂ ਕੱਢ ਕੇ ਲੈ ਆਂਦਾ, ਕਿੰਨਾ ਕੀ ਕਰਪਸ਼ਨ ਹੋ ਰਿਹਾ, ਕੀ ਹੋ ਰਿਹਾ, ਆਪਾਂ ਕਿੰਨਾ ਕੁ ਕੱਢ ਕੇ ਲੈ ਆਂਦਾ। ਆਪਾਂ ਕਿਹੜੇ ਪੰਜਾਬ ਦੇ ਜਿਹੜੇ ਇਸ਼ੂ, ਜਿਹੜੇ ਬਰਨਿੰਗ ਇਸ਼ੂ ਨੇ, ਉਹਦੇ ਤੇ ਆਪਾਂ ਕੀ ਕਰ ਰਹੇ ਆ। ਜਿਹੜੀ ਉਹ ਰਿਪੋਰਟ ਆਈ ਸੀ, ਜਿਹੜੀ ਮੰਨ ਲਓ ਬਰਗਾੜੀ ਕਾਂਡ ਵਾਲੀ, ਉਹ ਕਿੱਥੇ ਗਈ। CBI ਨੇ ਜਿਹੜੀ ਕਲੋਜ਼ਰ ਰਿਪੋਰਟ ਕੀਤੀ, ਉਹ ਰਿਪੋਰਟ ਕਿੱਥੇ, ਅਸੀਂ ਉਹ ਕੱਢ ਕੇ ਲਿਆਏ। ਕਲੋਜ਼ਰ ਰਿਪੋਰਟ ਕਹਿੰਦੀ ਕੀ ਹੈ, ਉਹਦੇ ਚ ਕਿਹੜੇ ਕਿਹੜੇ ਨੁਕਤੇ ਨੂੰ ਅਸੀਂ ਕੱਢ ਕੇ ਲੈ ਕੇ ਆਣਾ। ਸਾਡੇ ਚ ਇੱਕ ਰਿਪੋਰਟਿੰਗ ਖਤਮ ਹੋ ਰਹੀ ਹੈ, ਜਿੱਦਾਂ ਨੈਸ਼ਨਲ ਚੈਨਲਸ ਤੇ ਖਤਮ ਹੋ ਰਹੀ ਹੈ। ਜਿਵੇਂ ਰਵੀਸ਼ ਕੁਮਾਰ ਵੀ ਕਹਿੰਦਾ ਰਿਪੋਰਟਿੰਗ ਖਤਮ ਹੋ ਰਹੀ ਹੈ ਜੀ, ਏਜੰਡਾ ਚੱਲਦਾ ਹੈ। ਕੁਝ ਅਖਬਾਰਾਂ ਵਿੱਚ ਜਿਉਂਦੀ ਹੈ, ਪਰ ਇਸ ਰਿਪੋਰਟਿੰਗ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਜਦੋਂ ਰਿਪੋਰਟਿੰਗ ਖਤਮ ਹੋ ਜਾਏਗੀ ਨਾ, ਸਪੈਸ਼ਲ ਰਿਪੋਰਟਿੰਗ, ਐਕਸਕਲੂਸਿਵ ਖਬਰ, ਅੱਜ ਤਾਂ ਐਕਸਕਲੂਸਿਵ ਰਹਿ ਕੀ ਗਿਆ, ਉਹ ਮੋਦੀ ਨੇ ਬਿਆਨ ਦਿੱਤਾ ਐਕਸਕਲੂਸਿਵ ਖਬਰ, ਉਹਦੇ ਤੇਰਾ ਕੀ ਜਾਂਦਾ ਵੀ ਤੂੰ ਕਾਹਦੀ ਇਹਦੇ ਐਕਸਕਲੂਸਿਵ ਕੀਤੀ ਹੈ। ਤੇ ਅਸੀਂ ਉਸ ਚੀਜ਼ ਨੂੰ ਖਤਮ ਕਰ ਰਹੇ ਹਾਂ। ਸਾਡੇ ਤੇ ਬਾਈਲਾਈਨ ਤਾਂ ਲੱਗਦੀ ਸੀ ਜੇ ਖਬਰ ਸਾਡੀ ਐਕਸਕਲੂਸਿਵ ਹੁੰਦੀ ਸੀ ਤੇ ਕਿਸੇ ਕੋਲ ਹੁੰਦੀ ਨਹੀਂ ਸੀ, ਤੇ ਅਗਲੇ ਦਿਨ ਉਹ ਸਾਰੇ ਅਖਬਾਰਾਂ ਵਾਲੇ ਕਹਿੰਦੇ ਵੀ ਤੇਰੇ ਕੋਲ ਖਬਰ ਕਿਉਂ ਨਹੀਂ ਸੀ, ਉਹਦੇ ਕੋਲ ਸੀ, ਤਾਂ ਐਕਸਕਲੂਸਿਵ ਹੁੰਦੀ ਸੀ। ਅੱਜ ਰਿਪੋਰਟਿੰਗ ਨੂੰ, ਜੋ ਜਰਨਲਿਜ਼ਮ ਦਾ ਬੇਸ ਹੈ ਨਾ, ਉਹਨੂੰ ਖਤਮ ਕੀਤਾ ਜਾ ਰਿਹਾ। ਅੱਜ ਬਸ ਇੰਨਾ ਹੀ ਆ ਮੰਤਰੀ ਨੇ ਆਹ ਕਹਿਤਾ, ਅੱਜ ਨੇ ਇਹ ਬਿਆਨ ਦਿੱਤਾ, ਅੱਜ ਉਹਨੇ ਸਾਈਕਲ ਰੈਲੀ ਚਲਾਤੀ, ਅੱਜ ਉਹਨੇ ਆਹ ਕਹਿਤਾ। ਇਹ ਰਿਪੋਰਟਿੰਗ ਨਹੀਂ ਹੈ। ਰਿਪੋਰਟਿੰਗ ਸੀ ਜਦੋਂ ਬੋਫੋਰਸ ਕੱਢ ਕੇ ਲਿਆਇਆ ਇੰਡੀਅਨ ਐਕਸਪ੍ਰੈਸ। ਰਿਪੋਰਟਿੰਗ ਤਾਂ ਸੀ ਜੋ ਤਹਿਲਕਾ ਨੇ ਤਹਿਲਕਾ ਮਚਾਤਾ ਸੀ ਕਿ ਫੌਜ ਦੇ ਵਿੱਚ ਕੀ ਹੋ ਰਿਹਾ ਹੈ। ਰਿਪੋਰਟਿੰਗ ਤਾਂ ਹੁੰਦੀ ਹੈ ਕਿ ਵੀ ਜਦੋਂ ਜਿਹੜਾ ਕਰਗਿਲ ਯੁੱਧ ਦੇ ਵਿੱਚ ਕਿੱਦਾਂ ਕੀ ਕਹਾਣੀ ਬਣੀ ਸੀ, ਉਹ ਰਿਪੋਰਟਿੰਗ ਹੁੰਦੀ। ਉਹ ਰਿਪੋਰਟਿੰਗ
ਰਿਪੋਰਟਿੰਗ ਉਹ ਸੀ ਰਾਫੇਲ ਦੇ ਮੁੱਦੇ ਉੱਤੇ ਦ ਹਿੰਦੂ ਨੇ ਜਿਹੜੀ ਖਬਰਾਂ ਕਰਕੇ ਐਨ ਰਾਮ ਨੇ ਜਿਹੜਾ ਚੁੱਕਿਆ ਨਹੀਂ ਸੰਪਾਦਕ ਸੀ, ਉਹਨੇ ਸਾਰੇ ਕਾਗਜ਼ ਕੱਢ ਕੇ ਰੱਖ ਦਿੱਤੇ ਕਿ ਵੀ ਆ ਹੋ ਰਿਹਾ। ਇਹ ਰਾਣਾ ਯੂਗ ਦੀ ਗੱਲ ਕਰ ਲਈਏ, ਇਹ ਰਿਪੋਰਟਿੰਗ ਹੈ। ਹਾਂ, ਇਹ ਰਿਪੋਰਟਿੰਗ ਆਪਾਂ ਜਦ ਤੱਕ ਪੰਜਾਬ ਦੇ ਇਸ਼ੂਸ ਨੂੰ ਲੈ ਕੇ ਨਹੀਂ ਕਰਾਂਗੇ, ਪਰ ਇੱਥੇ ਕੀ ਹੈ, ਇੱਥੇ ਉਹਦੇ ਤੇ ਵੀ ਕਰ ਲਓ ਜੀ, ਜਿਹੜਾ ਨੈਟਵਰਕ ਹੈਗਾ ਉਹਨੂੰ ਵੀ ਕਾਬੂ ਕਰ ਲਓ, ਇਹ ਚੈਨਲ ਦੂਜਾ ਚੱਲਣ ਨਹੀਂ ਲੈਣਾ ਜੀ, ਆਹ ਕਰ ਲਓ ਕਰ ਲਓ, ਇਹ ਗੱਲ ਘੁੱਟਦੇ ਪਏ ਆ ਪੱਤਰਕਾਰਤਾ ਦਾ, ਸੱਚਾਈ ਦਾ, ਜਿਹਦੇ ਕਰਕੇ ਮੈਂ ਇਹ ਸਮਝਦਾ ਕੰਸਟ੍ਰੇਨਸ ਹੁੰਦੇ ਨੇ, ਪਰ ਲੜਦੇ ਰਹਿਣਾ ਚਾਹੀਦਾ ਹਮੇਸ਼ਾ। ਔਰੰਗਜ਼ੇਬ ਨਹੀਂ ਰਿਹਾ, ਜ਼ਕਰੀਆ ਖਾਨ ਨਹੀਂ ਰਿਹਾ, ਇਹ ਵੀ ਨਹੀਂ ਰਹਿਣਗੇ, ਪਰ ਆਪਾਂ ਨੂੰ ਉਹ ਲੜਾਈ ਲੜਦੇ ਰਹਿਣਾ ਚਾਹੀਦਾ। ਸੋ ਇਹ ਸੀਗੇ ਸਰਦਾਰ ਜਰਨੈਲ ਸਿੰਘ, ਨਿਧੜਕ ਜਰਨੈਲ ਵਾਂਗੂ ਵਿਚਰਦੇ ਰਹੇ ਆਪਣੀ ਪੱਤਰਕਾਰਿਤਾ ਦੇ ਵਿੱਚ ਵੀ, ਸਿਆਸਤ ਦੇ ਵਿੱਚ ਵੀ ਤੇ ਆਮ ਜੀਵਨ ਦੇ ਵਿੱਚ ਵੀ। ਸੋ ਫਿਰ ਕਿਸੇ ਪ੍ਰੋਗਰਾਮ ਤੇ ਕਿਸੇ ਹੋਰ ਸ਼ਖਸੀਅਤ ਨਾਲ ਅਸੀਂ ਸਿਖਰ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।